ਹੈਲੋ ਡੀਅਰ ਸਟੂਡੈਂਟਸ, ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਥੋੜਾ ਜੋ ਆਰਗੈਨੋਮੈਟੈਲਿਕ ਜੋ ਕੰਪਾਊਂਡ ਹੈ ਨਾ, ਉਹਦੇ ਵਿੱਚ ਜੋ ਇੱਕ ਨਵਾਂ ਟੌਪਿਕ ਇੰਟਰੋਡਿਊਸ ਹੋਇਆ ਹੈ, ਮੈਟਲ ਕਲਸਟਰ ਐਂਡ ਕੇजेस, ਆਪਾਂ ਉਹ ਡਿਸਕਸ ਕਰਾਂਗੇ। ਤਾਂ ਟੌਪਿਕ ਲਿਖ ਲਓ, ਮੈਟਲ ਕਲਸਟਰਸ ਐਂਡ ਕੇजेस। ਦੇਖੋ, ਜਿੰਨੇ ਵੀ ਟੌਪਿਕ ਤੁਸੀਂ ਦੇਖਿਆ ਨਾ, ਸਿਲੇਬਸ ਥੋੜਾ ਨਵਾਂ ਆਇਆ ਹੈ, ਤਾਂ ਜਿੰਨੇ ਵੀ ਟੌਪਿਕਸ ਉਹਦੇ ਵਿੱਚ ਐਡ ਆਨ ਹੋਏ ਨੇ ਨਾ, ਸਾਰਾ ਸਿਲੇਬਸ ਥੋੜਾ ਨੈਟ ਤੇ ਗੇਟ ਵਾਲਾ ਹੈ ਨਾ। ਤਾਂ ਜੋ ਜੋ ਟੌਪਿਕਸ ਇੰਪੋਰਟੈਂਟ ਨੇ, ਆਪਾਂ ਆਲਰੇਡੀ ਆਪਣੇ ਚੈਨਲ ਦੇ ਉੱਪਰ ਹੈ ਨਾ, ਮੇਰੀ ਪਲੇਲਿਸਟ ਬਣੀ ਹੋਈ ਹੈ ਰਾਜੇ, ਤੁਸੀਂ ਉਹ ਵਿਜ਼ਿਟ ਕਰਕੇ ਜਿੰਨੇ ਵੀ PYQs ਨੇ ਉਹ ਕਰ ਸਕਦੇ ਹੋ। ਕੁਐਸਚਨ ਸੀਰੀਜ਼ ਬਣੀ ਹੋਈ ਹੈ ਹਰ ਇੱਕ ਚੈਪਟਰ ਦੀ, ਉਹ ਕੁਐਸਚਨ ਸੀਰੀਜ਼ ਇਨਆਰਗੈਨਿਕ ਦੀ, ਆਰਗੈਨਿਕ ਦੀ, ਫਿਜ਼ੀਕਲ ਕੈਮਿਸਟਰੀ, ਸਪੈਕਟ੍ਰੋਸਕੋਪੀ ਦੀ ਕੁਐਸਚਨ ਸੀਰੀਜ਼ ਬਣੀ ਹੋਈ ਹੈ। ਤੁਸੀਂ ਉੱਥੋਂ ਕੁਐਸਚਨ ਪ੍ਰੈਕਟਿਸ ਕਰ ਸਕਦੇ ਹੋ, ਬਿਲਕੁਲ ਫ੍ਰੀ ਆਫ ਅਵੇਲੇਬਲ ਨੇ ਮੇਰੇ YouTube ਚੈਨਲ ਦੇ ਉੱਪਰ। ਛੋਟੇ ਛੋਟੇ ਜੋ ਕੰਸੈਪਟ ਨੇ ਜਿਨ੍ਹਾਂ ਤੋਂ ਹਰ ਵਾਰ ਪੇਪਰ 'ਚ ਕੁਐਸਚਨ ਆਉਂਦਾ ਹੈ, ਉਹ ਆਪਣਾ ਆਲਰੇਡੀ ਪਲੇਲਿਸਟ ਬਣੀਆਂ ਹੋਈਆਂ ਨੇ। ਜਿੰਨੇ ਵੀ ਆਪਣੇ ਮਾਸਟਰ ਕੇਡਰ, ਲੈਕਚਰਰ ਕੇਡਰ ਦੇ ਪੇਪਰ ਹੋ ਚੁੱਕੇ ਨੇ, ਸਭ ਦੀ ਮੈਂ ਇੱਕ ਪਲੇਲਿਸਟ ਬਣਾਈ ਹੋਈ ਹੈ। ਤੁਸੀਂ ਮੇਰੇ ਚੈਨਲ ਨੂੰ ਵਿਜ਼ਿਟ ਕਰਕੇ ਉਹ ਪਲੇਲਿਸਟ ਦੇ ਗੋ ਥਰੂ ਹੋ ਸਕਦੇ ਹੋ। ਕਾਫੀ ਸਾਰੀਆਂ ਚੀਜ਼ਾਂ, ਕਾਫੀ ਸਾਰੇ ਕੁਐਸਚਨਸ, ਕਨਸੈਪਟ ਜੋ ਨੇ ਉੱਥੋਂ ਕਲੀਅਰ ਹੋ ਜਾਣਗੇ। ਅੱਜ ਦੇ ਸੈਸ਼ਨ ਦੇ ਵਿੱਚ ਬਿਲਕੁਲ ਆਪਾਂ ਇੱਕ ਨਵਾਂ ਟੌਪਿਕ ਸਿੱਖਣ ਜਾ ਰਹੇ ਹਾਂ, ਦੈਟ ਇਜ਼ ਮੈਟਲ ਕਲਸਟਰ ਐਂਡ ਕੇजेस। ਦੇਖੋ, ਪਹਿਲਾਂ ਟੌਪਿਕ ਨੂੰ ਸਮਝੋ। ਕਲਸਟਰ ਮਤਲਬ ਹੁੰਦਾ ਕਾਫੀ ਸਾਰੀ ਚੀਜ਼ਾਂ ਆ ਜਾਣੀਆਂ, ਮੈਟਲ ਮਤਲਬ ਕਾਫੀ ਸਾਰੇ ਜਦੋਂ ਮੈਟਲ ਇੱਕ ਹੀ ਕੰਪਾਊਂਡ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ ਤਾਂ ਉਹਨੂੰ ਮੈਟਲ ਕਲਸਟਰਸ ਬੋਲ ਦਿੰਦੇ ਆ। ਕੇजेस ਮਤਲਬ ਕਿ ਜਦੋਂ ਸਟਰਕਚਰ ਬਣ ਰਿਹਾ ਹੈ, ਕੇਜ ਲਾਈਕ, ਗੁਫਾ ਲਾਈਕ ਸਟਰਕਚਰ ਬਣ ਰਿਹਾ ਹੈ ਕਾਫੀ, ਜਿਵੇਂ ਉਹਦੇ ਵਿੱਚ ਆਪਾਂ ਨਾਰਮਲ ਦੇਖਦੇ ਹਾਂ 2 ਸੈਂਟਰ 2 ਇਲੈਕਟ੍ਰੋਨ ਬੌਂਡ ਹੁੰਦੇ ਨੇ ਹਨਾ, ਤਾਂ ਦੈਟ ਮੇ ਬੀ ਪੋਸੀਬਲ ਕੋਈ ਬ੍ਰਿਜਿੰਗ ਹੋ ਰਹੀ ਹੈ ਉੱਥੇ, 3 ਸੈਂਟਰ 2 ਇਲੈਕਟ੍ਰੋਨ ਬੌਂਡ ਫਾਰਮੇਸ਼ਨਸ ਹੋ ਰਹੇ ਨੇ, ਤਾਂ ਉਹਨੂੰ ਆਪਾਂ ਕੇਜ ਸਟਰਕਚਰਸ ਬੋਲ ਦਿੰਦੇ ਹਾਂ। ਤਾਂ ਧਿਆਨ ਰੱਖਣਾ, ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਇਹਦੇ ਵਿੱਚੋਂ ਕੁਐਸਚਨਸ ਕਿਉਂਕਿ ਇੰਟਰੋਡਿਊਸ ਹੋਇਆ ਹੈ, ਤਾਂ ਚਾਂਸਸ ਨੇ ਇੱਕ ਦਾ ਜੋ ਕੁਐਸਚਨ ਹੈ, ਇੱਕ ਜਾਂ ਦੋ ਕੁਐਸਚਨ ਇੱਥੋਂ ਦੇਖਣ ਨੂੰ ਮਿਲ ਸਕਦੇ ਨੇ। ਤਾਂ ਇਹਦੇ ਲਈ ਸਭ ਤੋਂ ਪਹਿਲਾਂ ਮੈਂ ਜੋ ਇੰਪੋਰਟੈਂਟ ਪੁਆਇੰਟਸ ਨੇ, ਦੇਖੋ ਮੈਂ ਹਮੇਸ਼ਾ ਪੁਆਇੰਟ ਟੂ ਪੁਆਇੰਟ ਆਪਾਂ ਗੱਲ ਕਰਾਂਗੇ। ਜਿੰਨਾ ਚੀਜ਼ਾਂ ਆਪਾਂ ਨੂੰ ਜ਼ਰੂਰਤ ਨੇ ਉਹਨਾਂ ਚੀਜ਼ਾਂ ਆਪਾਂ ਇਹਦੇ ਵਿੱਚ ਸਿੱਖਾਂਗੇ ਕਿ ਆਪਾਂ ਕੀ ਕੁਝ ਕਰਨਾ ਹੈ। ਤਾਂ ਪਹਿਲਾਂ, ਸਭ ਤੋਂ ਪਹਿਲਾਂ ਜੋ ਇਹ ਸਟਰਕਚਰ ਸਟਾਰਟ ਹੋਏ ਸੀਗੇ, ਬੋਰੋਨਸ ਤੋਂ ਸਟਾਰਟ ਹੋਏ ਸੀ। ਤਾਂ ਪਹਿਲਾਂ ਆਪਾਂ ਨਾ ਬੋਰੋਨਸ ਫੈਮਿਲੀ ਨੂੰ ਦੇਖਾਂਗੇ, ਬੋਰੇਨਸ ਬਾਰੇ ਡਿਸਕਸ ਕਰਾਂਗੇ। ਫਿਰ ਉਹਨਾਂ ਵਿੱਚ ਦੇਖਾਂਗੇ ਕਿ ਜੋ ਉਹਨਾਂ ਦੇ ਕੇਜ ਸਟਰਕਚਰਸ ਨੇ, ਉਹਨਾਂ ਨੂੰ ਆਪਾਂ ਕਿਸ ਬਿਹਾਫ ਦੇ ਉੱਪਰ ਡਿਵਾਈਡ ਕਰਦੇ ਹਾਂ, ਕਿਸ ਬਿਹਾਫ ਦੇ ਉੱਪਰ ਉਹਨਾਂ ਨੂੰ ਆਪਾਂ ਡਿਸਕਸ ਕਰਦੇ ਹਾਂ। ਧਿਆਨ ਰੱਖਣਾ, ਅਗਰ ਆਪਣੇ ਕੋਲ ਜੋ ਬੋਰੇਨਸ ਹੈ, ਬੋਰੇਨ ਜਨਰਲੀ ਆਪਣੇ ਕੋਲ ਫਾਰਮੂਲਾ ਕੀ ਹੁੰਦਾ ਹੈ, BmHn, ਏਦਾਂ ਦਾ ਆਪਣੇ ਕੋਲ ਸਟਰਕਚਰ ਫਾਰਮੂਲਾ ਹੁੰਦਾ ਹੈ ਤੁਹਾਡੇ ਬੋਰੇਨਸ ਦਾ। ਹੁਣ ਡਿਪੈਂਡਿੰਗ ਕਿ ਆਪਣੇ ਕੋਲ ਕਿੰਨੇ ਬੋਰੇਨਸ ਨੇ, ਆਪਣੇ ਕੋਲ ਡਿਫਰੈਂਟ ਟਾਈਪਸ ਦੇ ਬੋਰੇਨ ਕੀ ਹੁੰਦੇ ਨੇ ਰਾਜੇ, ਫਾਰਮ ਹੁੰਦੇ ਨੇ। ਤਾਂ ਉਹਨਾਂ ਦੇ ਅਕੋਰਡਿੰਗ ਆਪਾਂ ਉਹਨਾਂ ਦਾ ਜੋ ਕੇਜ ਦਾ ਸਟਰਕਚਰ ਹੈ ਉਹ ਕੀ ਕਰਦੇ ਹਾਂ, ਡਿਫਾਈਨ ਕਰਦੇ ਹਾਂ। ਤਾਂ ਧਿਆਨ ਨਾਲ ਜੋ ਜੋ ਮੈਂ ਪੁਆਇੰਟਸ ਲਿਖ ਰਿਹਾ ਹਾਂ ਉਹਨਾਂ ਨੂੰ ਨਾਲ ਨਾਲ ਨੋਟ ਜ਼ਰੂਰ ਕਰਦੇ ਰਹੀਓ, ਇੰਪੋਰਟੈਂਟ ਹੈ। ਤਾਂ ਪਹਿਲਾ ਸਟਰਕਚਰ ਕੀ ਆਂਦਾ ਹੈ ਕਿ ਅਗਰ ਤੁਹਾਡੇ ਕੋਲ ਜੋ ਬੋਰੀਨ ਹੈ, ਉਹਦਾ ਜਨਰਲ ਫਾਰਮੂਲਾ ਹੈ HN+2, ਤਾਂ ਉਹ ਆਪਣੀ ਕੋਲ ਕਿਹੜੀ ਫੈਮਿਲੀ ਚ ਆਂਦਾ ਹੈ, ਕਿਹੜਾ ਕੇਜ ਸਟਰਕਚਰ ਹੁੰਦਾ ਹੈ ਤੁਹਾਡਾ, ਕਲੋਜ਼ੋ। ਕਿਹੜਾ ਸਟਰਕਚਰ ਹੁੰਦਾ ਹੈ, ਕਲੋਜ਼ੋ। ਨਾਲ ਨਾਲ ਲਿਖੀ ਜ਼ਰੂਰ ਚੱਲਿਓ ਔਰ ਇਸੇ ਸੀਕੁਐਂਸ ਚ ਧਿਆਨ ਰੱਖਿਓ। ਅਗਰ ਫਾਰਮੂਲਾ ਹੈ ਜਨਰਲ BnHn+4, ਤਾਂ ਉਹ ਕਿਹੜੀ ਫੈਮਿਲੀ ਤੋਂ ਆਂਦਾ ਹੈ, ਦੈਟ ਇਜ਼ ਯੂਰ ਨੀਡੋ। ਪੇਪਰ 'ਚ ਡਾਇਰੈਕਟਲੀ ਕੁਐਸਚਨ ਪੁੱਛੇ ਜਾ ਸਕਦੇ ਨੇ। ਹੁਣ ਦੇਖੋ, ਕੁਐਸਚਨ ਦਾ ਲੈਵਲ ਕੀ ਹੈ ਇਹ ਤਾਂ ਨਹੀਂ ਆਪਾਂ ਪ੍ਰਿਡਿਕਟ ਕਰ ਸਕਦੇ, ਇਸੇ ਕਰਕੇ ਜਿੰਨਾ ਤੁਹਾਨੂੰ ਬੇਸਿਕ ਤੋਂ ਲੈ ਕੇ ਜਿੰਨਾ ਐਡਵਾਂਸ ਤੱਕ ਰਿਕੁਆਇਰਮੈਂਟ ਹੈ ਉਹ ਸਾਰਾ ਮੈਂ ਇੱਥੇ ਹੀ ਕਵਰ ਕਰਵਾਉਂਗਾ। ਅਗਰ ਜਨਰਲ ਫਾਰਮੂਲਾ ਹੈ BnHn+6, ਤਾਂ ਇਹਦਾ ਜੋ ਆਪਣਾ ਨਾਮ ਹੁੰਦਾ ਹੈ ਦੈਟ ਇਜ਼ ਅਰੈਕਨੋ। ਠੀਕ ਹੈ। ਅਗਰ ਤੁਹਾਡੇ ਕੋਲ ਜਨਰਲ ਜੋ ਫਾਰਮੂਲਾ ਹੈ ਦੈਟ ਇਜ਼ BnHn+8, ਤਾਂ ਇਹਨੂੰ ਰਾਜੇ ਆਪਾਂ ਬੋਲਦੇ ਹਾਂ ਹਾਈਪੋ। ਔਰ ਅਗਰ ਤੁਹਾਡੇ ਕੋਲ ਰਾਜੇ ਜਨਰਲ ਫਾਰਮੂਲਾ ਹੈ BnHn+10, है ना, ਤੁਹਾਡੇ ਕੋਲ ਆਹ ਫਾਰਮੂਲਾ ਹੈ BnHn+10 ਹੈ, ਤਾਂ ਉਹਨੂੰ ਰਾਜੇ ਆਪਾਂ ਬੋਲਦੇ ਹਾਂ ਕਲੈਡੋ। ਤਾਂ ਇਹ ਤੁਹਾਡੇ ਕੋਲ ਰਾਜੇ ਬੋਰੋਨ ਫੈਮਿਲੀ ਦੇ ਆਉਂਦੇ ਨੇ, ਕਿਉਂਕਿ ਸਭ ਤੋਂ ਪਹਿਲਾਂ ਜੋ ਡਿਸਕਸ਼ਨ ਸਟਾਰਟ ਹੋਈ ਸੀ ਉਹ ਕਿਹਦੇ ਉੱਪਰ ਹੋਈ ਸੀ, ਤੁਹਾਡੇ ਬੋਰੋਨ ਫੈਮਿਲੀ ਦੇ ਉੱਪਰ ਹੋਈ ਸੀ। ਔਰ ਬੋਰੋਨ ਜਿਹੜੀ ਫੈਮਿਲੀ ਸੀ ਉਹਨੂੰ ਆਪਾਂ ਬੋਲਦੇ ਸੀ ਵੇਟਸ ਮਿੰਗੋ ਨੋਮਨਕਲੇਚਰ। ਤਾਂ ਉਸ ਨੋਮਨਕਲੇਚਰ ਦੇ ਅਕੋਰਡਿੰਗ, ਦੇਖੋ ਤੁਸੀਂ ਸਭ ਨੇ MSc ਕੀਤੀ ਹੋਈ ਹੈ, ਤਾਂ ਉਹਦੇ ਵਿੱਚ ਤੁਸੀਂ ਜ਼ਰੂਰ ਪੜਿਆ ਹੋਏਗਾ ਕਿ ਆਪਾਂ ਇਹ ਜਿਹੜੇ ਰੂਲਸ ਨੇ ਉੱਥੇ ਆਪਾਂ ਇਨਆਰਗੈਨਿਕ ਕੈਮਿਸਟਰੀ ਦੇ ਵਿੱਚ ਕੀ ਕਰਦੇ ਸੀ, ਡਿਸਕਸ ਕਰਦੇ ਸੀ। ਤਾਂ ਦੇਖੋ, ਹੁਣ ਆਪਾਂ ਇਸ ਅਕੋਰਡਿੰਗ ਵੀ ਆਪਾਂ ਦੇਖ ਸਕਦੇ ਹਾਂ ਕਿ ਜਨਰਲ ਫਾਰਮੂਲਾ ਕੀ ਹੈ। ਅਗਰ ਆਪਣੇ ਕੋਲ ਬੋਰੋਨ ਦੀ ਫਾਰਮ ਚ ਦਿੱਤਾ ਹੋਇਆ ਹੈ ਨਾ, ਕਲੋਜ਼ੋ ਹੈ, ਨਾਈਡੋ ਹੈ, ਅਰੈਕਨੋ ਹੈ, ਹਾਈਪੋ ਹੈ ਜਾਂ ਕਲੇਡੋ ਹੈ। ਦੂਸਰੀ ਚੀਜ਼ ਹੁੰਦੀ ਹੈ ਕਿ ਜਿਸ ਬੇਸ ਤੇ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਤੁਹਾਡੇ ਕੋਲ ਗਿਵਨ ਸਟਰਕਚਰ ਹੈ ਜਾਂ ਕੰਪਾਊਂਡ ਦਿੱਤਾ ਹੋਇਆ ਹੈ ਉਹ ਤੁਹਾਡਾ ਕਿਹੜੀ ਫੈਮਿਲੀ ਨੂੰ ਬਿਲੋਂਗ ਕਰਦਾ ਹੈ, ਉਹ ਹੁੰਦਾ ਹੈ ਸਕੈਲਟਨ ਇਲੈਕਟ੍ਰੋਨ ਪੇਅਰ। ਕਿਸ ਬੇਸ ਤੇ ਤੁਸੀਂ ਦੱਸ ਸਕਦੇ ਹੋ, that is on the basis of skeleton electron pair। ਤਾਂ ਟੌਪ ਲਿਖ ਲਓ skeleton electron pair, ਤਾਂ ਜਿਸ ਨੂੰ ਆਪਾਂ ਰਾਜੇ ਸ਼ਾਰਟ ਦੇ ਵਿੱਚ ਲਿਖਦੇ ਹਾਂ skeleton electron
ਪੇਅਰ, ਜਿਸ ਨੂੰ ਆਪਾਂ ਸ਼ਾਰਟ ਦੇ ਵਿੱਚ ਲਿਖਦੇ ਹਾਂ ਰਾਜੇ SEP। ਤਾਂ ਇਹਦੇ ਅਕੋਰਡਿੰਗ ਵੀ ਤੁਸੀਂ ਉਹਨੂੰ ਕਾਊਂਟ ਕਰਕੇ ਲਿਖ ਦੱਸ ਸਕਦੇ ਹੋ SEP ਦੇ ਅਕੋਰਡਿੰਗ। ਤਾਂ ਇਹਦੇ ਅਕੋਰਡਿੰਗ ਕਲੋਜ਼ੋ ਸਟਰਕਚਰ ਕਿਹਦਾ ਹੁੰਦਾ ਹੈ, ਅਗਰ ਉਹਦੇ ਵਿੱਚ ਨੰਬਰ ਆਫ ਸਕੈਲਟਨ ਇਲੈਕਟ੍ਰੋਨ ਪੇਅਰਸ ਕਿੰਨੇ ਹੋਣਗੇ n+1। ਨਾਈਡੋ ਹੋਏਗਾ ਜਦੋਂ ਉਹਦੇ ਵਿੱਚ ਨੰਬਰ ਆਫ ਸਕੈਲਟਨ ਇਲੈਕਟ੍ਰੋਨ ਪੇਅਰਸ ਕਿੰਨੇ ਹੋਣਗੇ n+2। ਅਰੈਕਨੋ ਕਦੋਂ ਹੋਏਗਾ, ਜਦੋਂ ਉਹਦੇ ਵਿੱਚ ਨੰਬਰ ਆਫ ਸਕੈਲਟਨ ਇਲੈਕਟ੍ਰੋਨ ਪੇਅਰਸ ਕਿੰਨੇ ਹੋਣਗੇ 3 ਹੋਣਗੇ n+3। ਹਾਈਪੋ ਮਤਲਬ n+4 ਔਰ ਕਲੈਡੋ ਮਤਲਬ ਕਿੰਨਾ ਹੋਏਗਾ n+5। ਤਾਂ ਧਿਆਨ ਰੱਖਣਾ, ਅਗਰ ਤੁਹਾਡੇ ਕੋਲੇ ਕਿੱਦਾਂ ਕੈਲਕੂਲੇਟ ਕਰਦੇ ਨੇ ਸਕੈਲਟਨ ਇਲੈਕਟ੍ਰੋਨ ਪੇਅਰ, ਇਹ ਵੀ ਮੈਂ ਤੁਹਾਨੂੰ ਬਾਅਦ ਵਿੱਚ ਸਿਖਾਉਂਗਾ, ਸਾਰਾ ਕੁਝ ਆਪਾਂ ਸਿੱਖਾਂਗੇ। ਪਰ ਇੱਕ ਵਾਰੀ ਚੀਜ਼ਾਂ ਨੂੰ ਨੋਟ ਕਰਦੇ ਰਹੋ, ਕਿਉਂਕਿ ਇਹਨਾਂ ਦੇ ਬੇਸ ਤੇ ਹੀ ਆਪਾਂ ਆਪਣੇ ਕੰਪਾਊਂਡ ਦੇ ਸਟਰਕਚਰਸ ਨੂੰ ਕਲਾਸੀਫਾਈ ਕਰਨਾ ਹੈ ਕਿ ਸਟਰਕਚਰ ਕੀ ਹੋਏਗਾ। ਤਾਂ ਇੱਕ ਵਾਰੀ ਇਹਨਾਂ ਨੂੰ ਲਿਖ ਲਓ, ਫਿਰ ਆਪਾਂ ਇਹਨੂੰ ਦੇਖਦੇ ਹਾਂ ਕਿ ਬੋਰੋਨ ਤੇ ਕਿੱਦਾਂ ਅਪਲਾਈ ਕੀਤਾ। ਤਾਂ ਬੋਰੋਨ ਤੋਂ ਇਲਾਵਾ ਅਗਰ ਆਪਣੇ ਕੋਲੇ ਪੋਲੀ ਸੈਂਟਰ ਮੈਟਲ ਸੈਂਟਰਸ ਨੇ, ਹਨਾ, ਆਪਣੇ ਕੋਲੇ ਮੈਟਲ ਦੇ ਕਲਸਟਰਸ ਨੇ, ਤਾਂ ਉਹਨਾਂ ਵਿੱਚ ਆਪਾਂ ਕਿੱਦਾਂ ਕੈਲਕੂਲੇਟ ਕਰਦੇ ਹਾਂ। ਤਾਂ ਉਹ ਸਾਰੀਆਂ ਚੀਜ਼ਾਂ ਆਪਾਂ 1 ਬਾय 1 ਕੀ ਕਰਾਂਗੇ ਦੇਖਾਂਗੇ। ਤਾਂ ਇਹਨਾਂ ਪੁਆਇੰਟਸ ਨੂੰ ਇੱਕ ਵਾਰੀ ਨੋਟ ਡਾਊਨ ਕਰ ਲਓ ਕਿ ਕਿਹੜਾ ਸਟਰਕਚਰ ਕਿਹਨੂੰ ਬਿਲੋਂਗ ਕਰਦਾ ਹੈ। ਆਪਾਂ ਜਨਰਲ ਫਾਰਮੂਲਾ ਤੋਂ ਕਿੱਦਾਂ ਦੇਖਦੇ ਹਾਂ, ਸਕੈਲਟਨ ਇਲੈਕਟ੍ਰੋਨ ਪੇਅਰ ਤੋਂ ਆਪਾਂ ਸਟਰਕਚਰ ਦੀ ਜੋ ਕੇਜ ਦਾ ਸਟਰਕਚਰ ਹੈ ਉਹ ਕਿੱਦਾਂ ਆਪਾਂ ਡਿਫਾਈਨ ਕਰ ਸਕਦੇ ਹਾਂ। ਇੱਕ ਵਾਰੀ ਇਹਨੂੰ ਨੋਟ ਡਾਊਨ ਜ਼ਰੂਰ ਨਾਲ ਕਰ ਲਓ, ਠੀਕ ਹੈ। ਤੀਜਾ ਨੂੰ ਧਿਆਨ ਨਾਲ ਸਮਝੋ। ਹੁਣ ਦੇਖੋ, ਜਿੱਦਾਂ ਕਿ ਮੈਂ ਤੁਹਾਨੂੰ ਕਿਹਾ, ਸਭ ਤੋਂ ਪਹਿਲਾਂ ਹੀ ਨਾ ਥੋੜੇ ਬੋਰੋਨ ਫੈਮਿਲੀ ਦੇ ਉੱਪਰ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਨਾ, ਤਾਂ ਉਹਦੇ ਉੱਪਰ ਸਮਝਿਆ ਗਿਆ। ਤਾਂ ਹੁਣ ਦੇਖੋ, ਬੋਰੋਨ ਦਾ ਸਟਰਕਚਰ ਜਿਵੇਂ ਸਭ ਤੋਂ ਇੰਪੋਰਟੈਂਟ ਸਟਰਕਚਰ ਪੜਿਆ ਹੈ ਡਾਈਬੋਰੇਨ B2H6। ਤਾਂ ਉਹਦੇ ਵਿੱਚ ਡਿਫਰੈਂਟ ਟਾਈਪਸ ਦੇ ਜੋ ਬੌਂਡਸ ਨੇ ਤੁਸੀਂ ਦੇਖਿਆ ਹੈ ਡਾਈਬੋਰੇਨ ਹੈ। ਤਾਂ ਡਾਈਬੋਰੇਨ ਦੇ ਵਿੱਚ ਤੁਸੀਂ ਦੇਖਿਆ ਹੈ ਤੁਹਾਡੇ ਕੋਲ 2 ਸੈਂਟਰ 2 ਇਲੈਕਟ੍ਰੋਨ ਬੌਂਡਸ ਵੀ ਪ੍ਰੈਜ਼ੈਂਟ ਨੇ, ਤੁਹਾਡੇ ਕੋਲੇ 3 ਸੈਂਟਰ 3 ਇਲੈਕਟ੍ਰੋਨ ਬੌਂਡਸ ਵੀ ਪ੍ਰੈਜ਼ੈਂਟ ਨੇ। ਦੈਟ ਮੀਨਸ ਡਿਫਰੈਂਟ ਕਾਈਂਡਸ ਦੇ ਜੋ ਬੌਂਡਸ ਨੇ ਉਹ ਤੁਹਾਡੇ ਕੀ ਹੁੰਦੇ ਨੇ ਪ੍ਰੈਜ਼ੈਂਟ ਹੁੰਦੇ ਨੇ, ਉਹ ਕੀ ਹੁੰਦੇ ਨੇ ਤੁਹਾਡੇ ਕੋਲੇ ਪ੍ਰੈਜ਼ੈਂਟ ਹੁੰਦੇ ਨੇ। ਸੋ ਡਿਪੈਂਡਿੰਗ ਅਪਨ ਦੈਟ ਬੌਂਡ ਕਿ ਕਿਸ ਤਰ੍ਹਾਂ ਦੇ ਬੌਂਡਸ ਪ੍ਰੈਜ਼ੈਂਟ ਨੇ ਨਾ, ਆਪਾਂ ਜੋ ਬੋਰੇਨਸ ਨੇ ਉਹਨਾਂ ਨੂੰ ਨਾ ਇੱਕ ਨੰਬਰ ਦਿੰਦੇ ਆ ਜਿਹਨੂੰ ਆਪਾਂ ਬੋਲਦੇ ਹਾਂ ਸਟਾਇਕਸ ਕੋਡ, STYX ਕੋਡ ਬੋਲਦੇ ਹਾਂ। ਉਹਨਾਂ ਦੇ ਡਿਫਾਈਨ ਤੇ ਕਈ ਵਾਰ ਕੁਐਸਚਨ ਨਾ ਸਟਾਇਕਸ ਕੋਡ ਤੇ ਵੀ ਆ ਜਾਂਦਾ ਹੈ ਕਿ ਗਿਵਨ ਜੋ ਤੁਹਾਡੇ ਕੋਲ ਬੋਰੇਨ ਹੈ ਉਹਦਾ STYX ਨੰਬਰ ਕੀ ਹੈ, ਸਟਾਇਕਸ ਕੋਡ ਬੋਲ ਦਿੰਦੇ ਨੇ ਕੀ ਹੋਏਗਾ। ਤਾਂ ਉਹਨੂੰ ਆਪਾਂ ਪਹਿਲਾਂ ਡਿਸਕਸ ਕਰ ਲੈਂਦੇ ਹਾਂ, ਫਿਰ ਆਪਾਂ ਆਪਣੇ ਮੈਟਲ ਕਲਸਟਰਸ ਤੇ ਮੂਵ ਕਰਾਂਗੇ, ਹੈ ਨਾ। ਹੁਣ ਪਹਿਲਾਂ ਇੱਕ ਇੱਕ ਕਰਕੇ ਆਪਾਂ ਸਿੰਬਲ ਸਮਝ ਲੈਂਦੇ ਹਾਂ ਕਿ ਜੋ ਸਟਾਇਕਸ ਕੋਡ ਦੇ ਵਿੱਚ S ਹੈ, T ਹੈ, Y ਹੈ ਤੇ X ਹੈ, ਉਹ ਕਿਹਨੂੰ ਰਿਪਰੈਜ਼ੈਂਟ ਕਰਦਾ ਹੈ। ਤਾਂ ਸਟਾਇਕਸ ਕੋਡ ਪਹਿਲਾਂ ਤੁਸੀਂ ਲਿਖ ਲਓ, ਫਿਰ ਆਪਾਂ ਇਹਨੂੰ ਇੱਕ ਇੱਕ ਕਰਕੇ ਕੀ ਕਰਦੇ ਹਾਂ ਡਿਸਕਸ ਕਰਦੇ ਹਾਂ। ਦੇਖੋ, ਜਿਵੇਂ ਜਿਵੇਂ ਕਰਵਾ ਰਹੇ ਜਿੰਨਾ ਕਰਵਾ ਰਹੇ ਇਹਨੂੰ ਚੰਗੀ ਤਰ੍ਹਾਂ ਪੜ੍ਹ ਲਓ, ਸਾਰਾ ਕੁਝ ਤੁਹਾਡਾ ਜੋ ਹੈ ਇਹਦੇ ਵਿੱਚ ਕੀ ਹੋ ਜਾਏਗਾ ਕਵਰ ਹੋ ਜਾਏਗਾ। ਤਾਂ ਦੇਖੋ, ਸਟਾਇਕਸ ਕੋਡ ਦੇ ਵਿੱਚ ਜੋ S ਹੈ ਉਹ ਕਿਹਨੂੰ ਰਿਪਰੈਜ਼ੈਂਟ ਕਰਦਾ ਹੈ, that represents your 3 center 2 electron bond ਨੂੰ ਰਿਪਰੈਜ਼ੈਂਟ ਕਰਦਾ ਹੈ। ਔਰ 3 center 2 electron bond ਕਿਹੜੇ ਹੁੰਦੇ ਨੇ, that is between boron ਹਾਈਡਰੋਜਨ ਬੋਰੋਨ। ਜਿੱਦਾਂ ਕਿ ਡਾਈਬੋਰੇਨ ਦੇ ਵਿੱਚ 3 center 2 electron bond ਪ੍ਰੈਜ਼ੈਂਟ ਹੈ, this is 3 center 2 electron bond, ਜਿਹਨੂੰ ਆਪਾਂ ਬਨਾਨਾ ਬੌਂਡਿੰਗ ਵੀ ਬੋਲ ਦਿੰਦੇ ਹਾਂ। ਸਭ ਨੇ ਪੜਿਆ ਹੋਣਾ ਹੈ ਨਾ, that is a banana bonding 3 center 2 electron bond। ਇਹਨੂੰ ਕਾਊਂਟ ਕਰਨਾ S ਦੇ ਵਿੱਚ। ਤਾਂ ਆਪਣੇ ਕੋਲੇ ਡਾਈਬੋਰੇਨ ਦੇ ਲਈ ਕਿੰਨੇ 3 ਸੈਂਟਰ 2 ਇਲੈਕਟ੍ਰੋਨ ਬੌਂਡ ਨੇ, ਬੋਰੋਨ ਹਾਈਡਰੋਜਨ ਬੋਰੋਨ ਦੇ ਵਿੱਚ ਦੇਖੋ ਇੱਕ ਆਹ ਹੋ ਗਿਆ, ਇੱਕ ਤੁਹਾਡੇ ਕੋਲ ਆਹ ਹੋ ਗਿਆ, ਤਾਂ 2 ਨੇ। ਤਾਂ ਇਹਦਾ S ਨੰਬਰ ਕਿੰਨਾ ਹੋ ਜਾਊਗਾ 2 ਹੋ ਜਾਊਗਾ। ਤਾਂ ਇਹਦਾ S ਨੰਬਰ ਕਿੰਨਾ ਹੋ ਜਾਊਗਾ 2। ਬਾਕੀ ਤੁਹਾਨੂੰ ਮੈਂ ਸਾਰਿਆਂ ਤੇ ਲਿਖਵਾ ਦੂੰਗਾ, ਉਹਨੂੰ ਧਿਆਨ ਚ ਰੱਖਣਾ, ਪੇਪਰ ਚ ਡਾਇਰੈਕਟਲੀ ਕੁਐਸਚਨ ਪੁੱਛਿਆ ਜਾਂਦਾ ਹੈ। ਹੁਣ ਦੇਖੋ ਨੈਕਸਟ ਕੀ ਹੈ, ਨੈਕਸਟ ਤੁਹਾਡਾ ਪੁੱਛ ਸਕਦੇ ਨੇ ਤੁਹਾਡੇ ਕੋਲੇ that is your T ਕਿਸ ਨੂੰ ਰਿਪਰੈਜ਼ੈਂਟ ਕਰਦਾ ਹੈ, T ਰਿਪਰੈਜ਼ੈਂਟ ਕਰਦਾ ਤੁਹਾਡਾ 3 ਸੈਂਟਰ 2 ਇਲੈਕਟ੍ਰੋਨ ਬੌਂਡ ਨੂੰ ਹੀ ਰਿਪਰੈਜ਼ੈਂਟ ਕਰਦਾ ਹੈ। ਬਟ ਕਿਹੜੇ ਬੌਂਡਸ, ਜਿਹੜੇ ਤਿੰਨੋਂ ਬੋਰੋਨ ਦੇ ਵਿੱਚ ਪ੍ਰੈਜ਼ੈਂਟ ਹੋਣਗੇ। ਜੋ ਸੈਂਟਰ ਵਾਲਾ ਬੋਰੋਨ ਹੁੰਦਾ ਹੈ ਰਾਜੇ, that is an electron deficient। Y ਕਿਸ ਨੂੰ ਰਿਪਰੈਜ਼ੈਂਟ ਕਰਦਾ, ਦੇਖੋ ਧਿਆਨ ਨਾਲ ਦੇਖੋ, ਡਾਈਬੋਰੋਨ ਚ ਕਿਤੇ ਵੀ ਤੁਹਾਨੂੰ 3 ਬੋਰੋਨ ਦਿਖ ਰਹੇ ਨੇ, 2 ਬੋਰੋਨ ਹੈ ਤਾਂ ਤੀਸਰਾ ਬੋਰੋਨ ਦੀ ਤਾਂ ਗੱਲ ਹੀ ਨਹੀਂ, ਤਾਂ ਕੋਈ ਵੀ ਬੌਂਡ ਨਹੀਂ ਹੈ, ਤਾਂ T ਵੈਲਿਊ ਕਿੰਨੀ ਆ ਜਾਊਗੀ 0। ਇਸੇ ਤਰ੍ਹਾਂ Y ਦੀ ਦੇਖੋ, Y ਕਿਸ ਨੂੰ ਰਿਪਰੈਜ਼ੈਂਟ ਕਰਦਾ ਤੁਹਾਡਾ 2 ਸੈਂਟਰ 2 ਇਲੈਕਟ੍ਰੋਨ ਬੌਂਡ ਨੂੰ। ਉਹ ਕਿਹੜੇ ਬੌਂਡ ਹੁੰਦੇ ਨੇ, ਬੋਰੋਨ ਤੇ ਬੋਰੋਨ ਦੇ ਵਿਚਕਾਰ ਕਿੰਨੇ ਬੌਂਡਸ ਨੇ, that is represented by a symbol Y। ਕੀ ਤੁਹਾਡੇ ਡਾਈਬੋਰੇਨ ਸਟਰਕਚਰ ਦੇ ਵਿੱਚ ਤੁਹਾਨੂੰ ਕੋਈ ਬੋਰੋਨ ਤੇ ਬੋਰੋਨ ਦੇ ਵਿੱਚ ਕੋਈ ਬੌਂਡ ਦਿਖ ਰਿਹਾ, ਨਹੀਂ ਦਿਖ ਰਿਹਾ, ਤਾਂ ਆਪਣੇ ਕੋਲ Y ਦੀ ਵੈਲਿਊ ਕਿੰਨੀ ਆ ਜਾਏਗੀ ਤੁਹਾਡੀ 0। X ਕਿਹਨੂੰ ਰਿਪਰੈਜ਼ੈਂਟ ਕਰਦਾ, that is 2 ਸੈਂਟਰ 2 ਇਲੈਕਟ੍ਰੋਨ ਬੌਂਡ ਨੂੰ ਹੀ ਰਿਪਰੈਜ਼ੈਂਟ ਕਰਦਾ ਬੱਚਾ। ਔਰ ਇਹ ਕੀ ਹੁੰਦੇ ਨੇ ਤੁਹਾਡੇ ਜੋ ਟਰਮੀਨਲ ਪੋਜੀਸ਼ਨ ਤੇ BH2 ਗਰੁੱਪਸ ਨੇ ਨਾ, ਉਹਨੂੰ ਰਿਪਰੈਜ਼ੈਂਟ ਕਰਦਾ। ਤਾਂ ਕਿੰਨੇ BH2 ਗਰੁੱਪਸ ਨੇ, ਦੇਖੋ ਇੱਕ BH2 ਗਰੁੱਪ ਆ ਰਿਹਾ ਟਰਮੀਨਲ ਪੋਜੀਸ਼ਨ ਤੇ, ਇੱਕ ਆ ਰਿਹਾ, ਤਾਂ ਟੋਟਲ ਕਿੰਨੇ ਨੇ 2। ਟੋਟਲ ਕਿੰਨੇ ਨੇ 2। ਤਾਂ ਇਹਦਾ ਸਟਾਈਕ X ਦੀ ਵੈਲਿਊ ਕਿੰਨੀ ਆ ਗਈ 2। ਤਾਂ ਤੁਹਾਡਾ ਡਾਈਬੋਰੇਨ ਦਾ ਸਟਾਈਐਕਸ ਕੋਡ ਕਿੰਨਾ ਹੋ ਗਿਆ 2002। ਤਾਂ ਡਾਇਰੈਕਟਲੀ ਪੇਪਰ ਦੇ ਵਿੱਚ ਕੁਐਸਚਨ ਪੁੱਛ ਲੈਂਦੇ ਨੇ ਡਾਈਬੋਰੇਨ ਦਾ ਸਟਾਈਐਕਸ ਕੋਡ ਦੱਸੋ ਕੀ ਹੋ ਸਕਦਾ ਹੈ। ਤਾਂ ਮੈਨੂੰ ਇਸ ਵਾਰ ਪੂਰੀ ਉਮੀਦ ਹੈ ਕਿ ਐਗਜ਼ਾਮ ਦੇ ਵਿੱਚ ਇਹ ਕੁਐਸਚਨਸ ਆ ਸਕਦੇ ਨੇ, ਕਿਉਂਕਿ ਟੌਪਿਕ ਨਵਾਂ ਇੰਟਰੋਡਿਊਸ ਹੋਇਆ ਹੈ, ਤਾਂ ਕੁਐਸਚਨਸ ਦੇ ਸਕਦੇ ਨੇ। ਹੁਣ ਮੈਂ ਤੁਹਾਨੂੰ ਜੋ ਇੰਪੋਰਟੈਂਟ ਬੋਰੇਨਸ ਨੇ ਉਹ ਸਾਰੇ ਲਿਖਵਾ ਦਿੰਦਾ ਹਾਂ।
ਜਿਨ੍ਹਾਂ ਤੋਂ ਕੁਐਸਚਨ ਤੁਹਾਡੇ ਫਰੇਮ ਹੋ ਕੇ ਆ ਸਕਦੇ ਨੇ। ਤਾਂ ਧਿਆਨ ਰੱਖੋ, ਲਿਖ ਲਓ। ਤਾਂ ਪਹਿਲਾ ਕੀ ਹੈ ਤੁਹਾਡੇ ਕੋਲੇ ਡਾਈਬੋਰੇਨ, ਦੈਟ ਇਜ਼ B2H6, ਜਿਸ ਨੂੰ ਆਪਾਂ ਰਾਜੇ ਬੋਲਦੇ ਹਾਂ ਡਾਈਬੋਰੇਨ, that is represented by a diborane। दूसरा है ਤੁਹਾਡੇ ਕੋਲੇ ਰਾਜੇ B4H10, ਜਿਸ ਨੂੰ ਆਪਾਂ ਬੋਲਦੇ ਹਾਂ ਟੈਟਰਾਬੋਰੇਨ, that is represented as tetraborane। नेक्स्ट है राजे थोड़ा इंपॉर्टेंट जो तीसरे नंबर पे आता है B5H9, जिसनु राजे ਆਪਾਂ ਬੋਲਦੇ ਹਾਂ ਪੈਂਟਾਬੋਰੇਨ 9, ਪੈਂਟਾਬੋਰੇਨ 9, 9 मतलब जिन्ने नंबर ऑफ हाइड्रोजन्स ਉਹਦੇ ਵਿੱਚ ਪ੍ਰੈਜ਼ੈਂਟ ਨੇ, ਔਰ ਪੈਂਟਾ मतलब 5 ਬੋਰੋਨ ਉਹਦੇ ਵਿੱਚ ਪ੍ਰੈਜ਼ੈਂਟ ਨੇ। ਨੈਕਸਟ ਹੈ B5H11, ਇਸ ਨੂੰ ਆਪਾਂ ਰਾਜੇ ਬੋਲਦੇ ਹਾਂ ਪੈਂਟਾਬੋਰੇਨ 11, ਪੈਂਟਾਬੋਰੇਨ 11। ਤਾਂ ਤੁਹਾਨੂੰ ਹਰ ਇੱਕ ਚੀਜ਼ ਦਾ ਬਾਰੇ ਪਤਾ ਹੋਣਾ ਚਾਹੀਦਾ। ਦੇਖੋ ਟੌਪਿਕ ਪੜ੍ਹ ਰਹੇ ਹਾਂ ਤੁਹਾਨੂੰ ਅੱਛੇ ਤਰੀਕੇ ਨਾਲ ਪੜੋ, ਹਨਾ, ਤਾਂ ਕਿ ਕੋਈ ਵੀ ਕੁਐਸਚਨ ਆ ਜੇ ਤਾਂ ਉਹਦੇ ਵਿੱਚ ਆਪਾਂ ਗਲਤੀ ਨਾ ਕਰੀਏ। ਹੈਕਸਾ ਬੋਰੇਨ। ਔਰ ਵੀਡੀਓ ਨੂੰ ਰਾਜੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ, ਔਰ ਵੀਡੀਓ ਕਿੱਦਾਂ ਲੱਗਿਆ ਕਮੈਂਟ ਸੈਸ਼ਨ ਜ਼ਰੂਰ ਦੱਸਿਆ ਕਰੋ। ਠੀਕ ਹੈ, ਇਦਾਂ ਦੇ ਟੌਪਿਕਸ ਜੋ ਵੀ ਚਾਹੀਦੇ ਨੇ ਤੁਸੀਂ ਇਸ ਵੀਡੀਓ ਦੇ ਕਮੈਂਟ ਸੈਸ਼ਨ 'ਚ ਲਿਖ ਸਕਦੇ ਹੋ ਰਾਜੇ। ਉਹ ਵੀਡੀਓਜ਼ ਮੈਂ ਤੁਹਾਡੇ ਲਈ ਕੋਸ਼ਿਸ਼ ਕਰੂੰਗਾ ਕਿ ਆਪਣੇ ਚੈਨਲ ਦੇ ਉੱਪਰ ਅਪਲੋਡ ਕਰ ਸਕਾਂ। ਡਾਈਬੋਰੇਨ ਕਿੰਨਾ ਹੈ, ਹਾਈਡਰੋਜਨ ਕਿੰਨੇ ਨੇ 12, ਤੇ ਇਹਨੂੰ ਬੋਲਦੇ ਨੇ ਹੈਕਸਾਬੋਰੇਨ 12। ਹੁਣ ਕਲੀਅਰ ਹੋ ਗਿਆ। ਹੁਣ ਦੇਖੋ ਇਹਨੂੰ ਆਪਾਂ ਨਾ ਕਲਾਸੀਫਾਈ ਕਰਦੇ ਹਾਂ, ਕਲੋਜ਼ੋ ਨਾਈਡੋ ਜੋ ਆਪਾਂ ਪੜਿਆ ਸੀ। ਤਾਂ ਦੇਖੋ ਇਹਦਾ ਜਨਰਲ ਫਾਰਮੂਲਾ ਕੀ ਹੈ, दैट इज Bn HN+4 ਤਰ੍ਹਾਂ ਹੈ, ਕਿਉਂਕਿ ਬੋਰੋਨ N ਦੀ ਵੈਲਿਊ 2 ਹੈ। ਤਾਂ ਜਦੋਂ ਪੁੱਟ ਕਰੋਗੇ ਡਾਈਬੋਰੇਨ ਦਾ ਫਾਰਮੂਲਾ ਬਣਦਾ ਤਾਂ ਇਹ ਕਿਹੜੀ ਫੈਮਿਲੀ ਨੂੰ ਬਿਲੋਂਗ ਕਰਦਾ ਤੁਹਾਡਾ, ਨਾਈਡੋ। ਇਸੇ ਤਰ੍ਹਾਂ ਇਹਦਾ ਜਨਰਲ ਫਾਰਮੂਲਾ ਦੇਖੋ ਕੀ ਬਣ ਰਿਹਾ, Bn N+6। ਮੈਂ ਬਾਕੀਆਂ ਦੇ ਲਿਖਦਾ ਹਾਂ, ਤਦ ਤੱਕ ਤੁਸੀਂ ਕੀ ਕਰੋ, ਇਹਨੂੰ ਆਪਣੇ ਆਪ ਸੋਲਵ ਕਰ ਲਓ ਔਰ ਲਿਖੋ ਕਿ ਇਹ ਕਿਹੜੀ ਫੈਮਿਲੀ ਤੋਂ ਕੀ ਕਰ ਰਹੇ ਨੇ, ਤੁਹਾਡੇ ਬਿਲੋਂਗ ਕਰ ਰਹੇ ਨੇ। ਤਾਂ ਇਹਨਾਂ ਦਾ ਜਨਰਲ ਫਾਰਮੂਲਾ ਲਿਖ ਦਿਓ, ਉਸ ਅਕੋਰਡਿੰਗ ਆਪਾਂ ਇਹਨਾਂ ਦੀ ਫੈਮਿਲੀ ਨੂੰ ਕੀ ਕਰ ਦਿੰਦੇ ਆ, ਕਲਾਸੀਫਾਈ ਕਰ ਦਾਂਗੇ, ਕਿਉਂਕਿ ਪੇਪਰ ਦੇ ਵਿੱਚ ਡਾਇਰੈਕਟਲੀ ਕੁਐਸਚਨ ਪੁੱਛਿਆ ਜਾ ਸਕਦਾ ਹੈ। ਤਾਂ B4H10 ਦਾ ਦੇਖੋ ਆ ਫਾਰਮੂਲਾ ਕਿਹਦਾ ਹੈ ਤੁਹਾਡਾ, ਦੈਟ ਇਜ਼ ਯੋਰ ਅਰੈਕਨੋ। ਤਾਂ ਇਹ ਕਿਹਦਾ ਹੈ ਤੁਹਾਡਾ, ਅਰੈਕਨੋ ਦਾ ਹੈ। ਅਗੇਨ ਕਿਹਦਾ ਹੈ, ਨਾਈਡੋ, ਦੈਨ ਅਗੇਨ ਅਰੈਕਨੋ ਦਾ ਆ ਜਾਂਦਾ ਹੈ। ਉਸ ਤੋਂ ਬਾਅਦ ਦੇਖੋ ਅਗੇਨ ਤੁਹਾਡਾ ਨਾਈਡੋ ਦਾ ਹੈ, ਔਰ ਜਿਹੜਾ ਫਾਰਮੂਲਾ ਹੈ BnHN+6 ਅਗੇਨ ਕਿਹਦਾ ਹੈ ਤੁਹਾਡਾ, ਅਰੈਕਨੋ ਦਾ ਹੈ। ਹੁਣ ਦੇਖੋ ਇਹਨਾਂ ਦੇ ਸਟਾਇਕ ਸਕੋਰ, ਦੇ ਆਰ ਵੈਰੀ ਵੈਰੀ ਇੰਪੋਰਟੈਂਟ। ਸਟਾਇਕ ਸਕੋਰ ਜੋ ਨੇ ਡਾਇਰੈਕਟਲੀ ਮੈਂ ਤੁਹਾਨੂੰ ਕਿਹਾ ਹੈ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਨੇ। ਇੱਕ ਦਾ ਮੈਂ ਤੁਹਾਨੂੰ ਕਰਕੇ ਦਿਖਾਤਾ ਹੈ ਰਾਜੇ, ਹੁਣ ਬਾਕੀ ਦੇ ਤੁਸੀਂ ਨਾ ਸਿਰਫ ਧਿਆਨ ਚ ਰੱਖ ਲਿਓ। ਠੀਕ ਹੈ, ਕਿ ਕਿੰਨੇ ਕਿੰਨੇ ਉਹਦੇ ਵਿੱਚ ਤੁਹਾਡੇ ਕੋਲ ਬ੍ਰਿਜਿੰਗ ਬੌਂਡ ਹੋ ਸਕਦੇ ਨੇ, 3 ਸੈਂਟਰ 2 ਇਲੈਕਟ੍ਰੋਨ ਬੌਂਡ, ਬੋਰੋਨ ਹਾਈਡਰੋਜਨ ਬੋਰੋਨ ਚ ਕਿੰਨੇ ਨੇ। ਤਾਂ ਇਦਾਂ ਦੇ ਕੁਐਸਚਨ ਡਾਇਰੈਕਟਲੀ ਪੁੱਛੇ ਜਾ ਸਕਦੇ ਨੇ। ਤਾਂ ਐਸ ਕਿਹਨੂੰ ਰਿਪਰੈਜ਼ੈਂਟ ਕਰਦਾ ਹੈ, ਟੀ ਕਿਹਨੂੰ ਰਿਪਰੈਜ਼ੈਂਟ ਕਰ ਰਿਹਾ ਬੇਟਾ, ਵਾਈ ਕਿਹਨੂੰ ਰਿਪਰੈਜ਼ੈਂਟ ਕਰ ਰਿਹਾ, ਐਕਸ ਕਿਹਨੂੰ ਰਿਪਰੈਜ਼ੈਂਟ ਕਰ ਰਿਹਾ, ਇਹ ਚੀਜ਼ ਧਿਆਨ ਰੱਖਣਾ। ਤਾਂ ਆਪਣੇ ਡਾਈਬੋਰੇਨ ਦਾ ਸਟਾਇਕ ਸਕੋਰ ਕਿੰਨਾ ਆਇਆ ਹੈ, 2002। ਬਾਕੀ ਨੂੰ ਕਿਹਦਾ ਧਿਆਨ ਚ ਰੱਖਣਾ, ਦੇਖੋ 40-12, ਫਿਰ ਇਹਨੂੰ ਥੋੜਾ ਉਲਟਾ ਦਿਓ 40-20, ਏਦਾਂ ਧਿਆਨ ਚ ਰੱਖਿਓ। ਜੋ ਸਭ ਤੋਂ ਧਿਆਨ ਚ ਰੱਖਣ ਵਾਲਾ ਹੈ B5H11, ਇਹਦਾ ਹੁੰਦਾ ਹੈ 3203। ਔਰ ਦੇਖੋ ਇਹਦਾ ਨੈਕਸਟ ਕਿੰਨੇ ਦਾ ਹੈ, 4220। ਦੇਖੋ 4120 4220। ਇਹ ਤੋਂ ਬਾਅਦ ਕਿੰਨਾ ਹੈ, 4204। ਤਾਂ ਆ ਤੁਹਾਡਾ ਸਟਾਇਕ ਸਕੋਰ ਹੈ। ਜਿਵੇਂ ਮੰਨ ਲਓ ਹੁਣ ਮੈਂ ਕਹਾਂ ਕਿ B5H11 ਹੈ, B5H11 ਦੇ ਵਿੱਚ ਮੈਨੂੰ ਦੱਸੋ ਕਿ ਬੋਰੋਨ ਬੋਰੋਨ ਦੇ ਵਿੱਚ ਕਿੰਨੇ ਬੌਂਡ ਨੇ। ਤਾਂ ਬੋਰੋਨ ਬੋਰੋਨ ਦੇ ਬੌਂਡ ਕਿਉਂ ਰਿਪਰੈਜ਼ੈਂਟ ਕਰਦਾ ਹੈ, ਵਾਈ ਕਿੰਨਾ ਹੈ, 0। ਮੈਂ ਕਹਾਂ ਬੋਰੋਨ 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 ਮਤਲਬ ਤਿੰਨੋਂ ਬੋਰੋਨ ਚ ਕਿੰਨੇ ਬੌਂਡ ਨੇ, ਜਿਨ੍ਹਾਂ ਵਿੱਚ ਤਿੰਨੇ ਬੋਰੋਨ ਆ ਰਹੇ ਨੇ, BBB, ਦੈਟ ਕਿੰਨੇ ਨੇ, ਉਹ ਤੁਹਾਡੇ ਕੌਣ ਰਿਪਰੈਜ਼ੈਂਟ ਕਰਦਾ ਹੈ, ਟੀ। ਤਾਂ ਕਿੰਨੇ ਨੇ, 2। ਤਾਂ ਇਦਾਂ ਦਾ ਜੋ ਕੁਐਸਚਨ ਹੈ ਉਹ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਇਹ ਬਹੁਤ ਹੀ ਸਿੰਪਲ ਫੈਮਿਲੀ ਸੀ ਜਿਹਨੂੰ ਆਪਾਂ ਹੁਣ ਇੱਥੇ ਡਿਸਕਸ ਕੀਤਾ। ਬੜੀ ਹੀ ਸਿੰਪਲ ਫੈਮਿਲੀ ਦੇ ਅਕੋਰਡਿੰਗ ਆਪਾਂ ਇਹਨਾਂ ਨੂੰ ਕੀ ਕੀਤਾ ਹੈ, ਡਿਸਕਸ ਕੀਤਾ ਹੈ। ਹੁਣ ਅਗਰ ਇਹੀ ਕਨਸੈਪਟ ਆਪਾਂ ਰਾਜੇ ਆਪਣੇ ਮੈਟਲ ਕਲਸਟਰਸ ਉੱਪਰ ਲਗਾਈਏ ਕਿ ਜਿਨ੍ਹਾਂ ਵਿੱਚ ਮੋਰ ਦੈਨ 1 ਮੈਟਲ ਪ੍ਰੈਜ਼ੈਂਟ ਹੋਣਗੇ, ਤਾਂ ਉੱਥੇ ਇਹਨਾਂ ਚੀਜ਼ਾਂ ਨੂੰ ਆਪਾਂ ਕਿੱਦਾਂ ਕਰ ਸਕਦੇ ਹਾਂ। ਤਾਂ ਉੱਥੇ ਆਪਾਂ ਕੀ ਯੂਜ਼ ਕਰਦੇ ਹਾਂ, ਸਕੈਲਟਨ ਇਲੈਕਟ੍ਰੋਨ ਪੇਅਰ ਦਾ ਯੂਜ਼ ਕਰਦੇ ਹਾਂ ਟੂ ਕੈਲਕੂਲੇਟ ਕਿ ਉਹਦਾ ਸਟਰਕਚਰ ਆਈਦਰ ਕਲੋਜ਼ੋ ਹੈ, ਨਾਈਡੋ ਹੈ, ਅਰੈਕਨੋ ਹੈ, ਹਾਈਪੋ ਹੈ ਜਾਂ ਕਲੈਡੋ। ਤਾਂ ਧਿਆਨ ਰੱਖਣਾ ਉਹਦੇ ਅਕੋਰਡਿੰਗ ਹੁਣ ਮੈਂ ਤੁਹਾਨੂੰ ਕਰਵਾ ਰਿਹਾ ਹਾਂ ਕਿ ਮੈਟਲ ਕਲਸਟਰਸ ਦੇ ਵਿੱਚ ਆਪਾਂ ਕਿੱਦਾਂ ਕੈਲਕੂਲੇਟ ਕਰਦੇ ਹਾਂ। ਤਾਂ ਲਿਖੋ ਕਿ ਆਪਾਂ ਮੈਟਲ ਕਲਸਟਰ ਦੀ ਕਿੱਦਾਂ ਦੇਖ ਸਕਦੇ। ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੁੰਦਾ ਹੈ, ਟੋਟਲ ਇਲੈਕਟ੍ਰੋਨ ਕਾਊਂਟ ਕਰਨੇ ਨੇ, ਟੋਟਲ ਇਲੈਕਟ੍ਰੋਨ ਕਾਊਂਟ ਕਰਨੇ ਨੇ। ਤਾਂ ਟੋਟਲ ਇਲੈਕਟ੍ਰੋਨ ਕਾਊਂਟ ਨੂੰ ਆਪਾਂ ਸ਼ੋਰਟ ਚ ਬੋਲ ਦਿੰਦੇ ਆ TEC। TEC ਜਿਵੇਂ ਕਿ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਨਾਲ ਨਾਲ। ਤਾਂ ਮੈਟਲ ਕਲਸਟਰ ਹੈ ਤਾਂ ਆਪਾਂ ਮੰਨ ਲੈਂਦੇ ਹਾਂ ਰੂਥੀਨੀਅਮ 6 ਹੈ, ਇੱਕ ਕਾਰਬਨ ਦਿੱਤਾ ਹੋਇਆ ਹੈ ਤੇ ਕਾਰਬੋਨਿਲ ਗਰੁੱਪ ਕਿੰਨੇ ਦਿੱਤੇ ਹੋਏ ਨੇ, 17। ਤੇ ਇਹ ਤੁਹਾਡੇ ਕੋਲ ਕੀ ਇੱਕ ਮੈਟਲ ਦਾ ਕਲਸਟਰ ਦੇਤਾ ਮੈਂ। ਤਾਂ ਇਸ ਐਗਜ਼ਾਮਪਲ ਨੂੰ ਨਾਲ ਲੈ ਕੇ ਚੱਲਦੇ ਆ ਤੇ ਕੁਐਸਚਨ ਨੂੰ ਕੀ ਕਰਾਂਗੇ, ਆਪਾਂ ਸੋਲਵ ਕਰਾਂਗੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਦੇ ਵਿੱਚ ਕੀ ਕਾਊਂਟ ਕਰਨਾ ਹੈ, ਟੋਟਲ ਇਲੈਕਟ੍ਰੋਨ ਕਾਊਂਟ ਕੈਲਕੂਲੇਟ ਕਰ ਲਓ। ਟੋਟਲ ਇਲੈਕਟ੍ਰੋਨ ਕਾਊਂਟ ਦਾ ਮਤਲਬ ਕੀ ਹੈ, ਜੋ ਵੈਲੈਂਸ ਇਲੈਕਟ੍ਰੋਨਸ ਨੇ ਉਹ ਕਾਊਂਟ ਕਰਨੇ ਨੇ। ਤਾਂ ਰੂਥੀਨੀਅਮ ਆਇਰਨ ਫੈਮਿਲੀ ਦਾ ਹੈ, ਆਇਰਨ ਚ ਵੈਲੈਂਸ ਇਲੈਕਟ੍ਰੋਨ 8 ਹੁੰਦੇ ਨੇ। ਤਾਂ ਇੱਕ ਚ 8 ਨਹੀਂ ਤਾਂ 6 ਚ ਕਿੰਨੇ ਹੋਣਗੇ, 6 into 8।
कार्बन च वैलेंस इलेक्ट्रॉन कितने होंगे ने राजे 4 और एक जो थोड़ा कोल कार्बोनिल लिगेंड है कितने इलेक्ट्रॉन डोनेट करता है 2 तो 2 into 17 काउंट करो टोटल इलेक्ट्रॉन कितने आ गए 86 तो पहला काम की हुंदा है हमेशा टोटल इलेक्ट्रॉन काउंट फाइंड कर लो दूसरा काम की हुंदा है तुसी फाइंड करना है ਪੋਲੀਹੈਡਰਲ ਇਲੈਕਟ੍ਰੋਨ ਕਾਊਂਟ ਜਿਸ ਨੂੰ ਆਪਾਂ ਰਾਜੇ ਸ਼ਾਰਟ ਚ ਬੋਲਦੇ ਹਾਂ PEC ਹੁਣ ਇਹ ਕਾਦੇ ਇਕੁਅਲ ਹੁੰਦਾ ਹੈ ਧਿਆਨ ਨਾਲ ਲਿਖ ਲਓ ਇਹ ਕਾਦੇ ਇਕੁਅਲ ਹੁੰਦਾ ਹੈ that is equals to total electron count minus 12 into n ਹੁਣ ਦੇਖੋ n ਕਿਹਨੂੰ ਰਿਪਰੈਜ਼ੈਂਟ ਕਰਦਾ ਤੁਹਾਡਾ ਇੱਥੇ ਨੰਬਰ ਆਫ n ਕਿਹਨੂੰ ਰਿਪਰੈਜ਼ੈਂਟ ਕਰਦਾ ਹੈ ਨੰਬਰ ਆਫ ਮੈਟਲ ਐਟਮਸ ਕਿੰਨੇ ਮੈਟਲ ਐਟਮਸ ਉੱਥੇ ਪ੍ਰੈਜ਼ੈਂਟ ਨੇ ਤਾਂ ਇਹ ਤੁਹਾਡੇ ਕੋਲ ਹੁੰਦਾ ਪੋਲੀਹੈਡਰਲ ਇਲੈਕਟ੍ਰੋਨ ਕਾਊਂਟ ਤਾਂ ਦੇਖੋ ਟੋਟਲ ਇਲੈਕਟ੍ਰੋਨ ਕਾਊਂਟ ਕਿੰਨੇ ਸੀ 86 minus 12 into number of electrons ਕਿੰਨੇ ਨੇ ਤੁਹਾਡੇ ਕੋਲੇ ਮੈਟਲ ਸੈਂਟਰਸ ਕਿੰਨੇ ਨੇ 6 ਤਾਂ ਕਿੰਨਾ ਆ ਜਾਊਗਾ ਇੱਥੇ 6 ਤਾਂ ਇਹਨੂੰ ਸੋਲਵ ਕਰ ਲਓ ਕਿੰਨਾ ਆ ਗਿਆ 86 minus 72 ਤਾਂ ਕਿੰਨਾ ਆ ਗਿਆ 40 ਤੀਸਰੇ ਹਿੱਸੇ ਚ ਰਾਜੇ ਆਪਾਂ ਫਾਈਂਡ ਕਰਨਾ ਹੁੰਦਾ ਹੈ ਸਕੈਲੇਟਨ ਇਲੈਕਟ੍ਰੋਨ ਪੇਅਰ ਸਕੈਲੇਟਨ ਇਲੈਕਟ੍ਰੋਨ ਪੇਅਰ SCP ਜਿਹੜਾ ਮੈਂ ਉੱਪਰ ਵੀ ਦੱਸਿਆ ਸੀ ਇਹ ਕਾਦੇ ਇਕੁਅਲ ਹੁੰਦਾ ਹੈ that is equals to polyhedral electron count divided by 2 ਆਹ ਇਹਦਾ ਫਾਰਮੂਲਾ ਹੈ ਔਰ ਕਿੰਨਾ ਆਪਣੇ ਕੋਲ ਆਇਆ that is 14 ਤਾਂ 14 by 2 ਕਿੰਨਾ ਆ ਗਿਆ 7 ਤਾਂ ਗਿਵਨ ਮੈਟਲ ਕਲਸਟਰ ਦੇ ਲਈ ਆਪਣੇ ਕੋਲੇ ਸਕੈਲੇਟਨ ਇਲੈਕਟ੍ਰੋਨ ਪੇਅਰ ਦੀ ਵੈਲਿਊ ਕਿੰਨੀ ਆ ਗਈ ਹੈ 7 ਔਰ n ਦੀ ਵੈਲਿਊ ਕਿੰਨੀ ਸੀ ਇੱਥੇ 6 ਤਾਂ ਇਹਨੂੰ ਕੰਪੇਅਰ ਕਰੋ ਆਪਣੇ ਕੋਲ ਵੈਲਿਊ ਕਿੰਨੀ ਆਈ ਹੈ ਸਕੈਲੇਟਨ ਇਲੈਕਟ੍ਰੋਨ ਪੇਅਰ ਦੀ 7 ਮਤਲਬ n+1 ਇੱਕ ਜ਼ਿਆਦਾ ਆਈ ਹੈ n+1 मतलब ਮੈਟਲ ਸੈਂਟਰ 6 ਸੀ ਤਾਂ ਇੱਕ ਜ਼ਿਆਦਾ ਆਈ ਹੈ ਤਾਂ ਉਹਦੇ ਲਈ ਦੇਖੋ ਕੰਪੇਅਰ ਕਰੋ ਮੈਂ ਕੀ ਲਿਖਵਾਇਆ ਸੀ ਤਾਂ ਜਦੋਂ n+1 ਹੋਵੇ ਤਾਂ ਸਟਰਕਚਰ ਕੀ ਹੁੰਦਾ ਹੈ ਕਲੋਜ਼ੋ ਸਟਰਕਚਰ ਕੀ ਹੁੰਦਾ ਹੈ ਤੁਹਾਡਾ ਕਲੋਜ਼ੋ मतलब जो गिवन ਤੁਹਾਡੇ ਕੋਲੇ ਸਟਰਕਚਰ ਦਿੱਤਾ ਹੈ ਮੈਟਲ ਕਲਸਟਰ ਦਿੱਤਾ ਹੈ ਇਹ ਕੀ ਹੈ ਤੁਹਾਡੇ ਕੋਲੇ ਕਲੋਜ਼ੋ ਹੈ ਤਾਂ ਐਦਾਂ ਦੇ ਕੁਐਸਚਨ ਜੋ ਹੈ ਉਹ ਤੁਹਾਡੇ ਕੋਲ ਐਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਨੇ ਤਾਂ ਇੱਕ ਕੁਐਸਚਨ मैं ਤੁਹਾਨੂੰ ਹੋਰ ਕਰਵਾ ਦੇਣਾ ਤੁਹਾਡੀ ਪ੍ਰੈਕਟਿਸ ਦੇ ਲਈ ਪ੍ਰੈਕਟਿਸ ਹੋ ਜਾਏਗੀ ਤੁਹਾਡੀ ਤਾਂ ਕੁਐਸਚਨ ਲਿਖੋ ਕੋਸ਼ਿਸ਼ ਕਰਿਓ ਵੀਡੀਓ ਨੂੰ ਪੌਜ਼ ਕਰਕੇ ਇਹਨੂੰ ਖੁਦ ਤੁਸੀਂ ਕੀ ਕਰਨਾ ਹੈ ਰਾਜੇ ਅਟੈਂਪਟ ਕਰਨਾ ਹੈ ਤਾਂ ਕੁਐਸਚਨ ਕੀ ਹੈ ਤੁਹਾਡਾ that is osmium 5 ਕਾਰਬਨ ਕਾਰਬਨਿਲ ਗਰੁੱਪ ਕਿੰਨੇ ਨੇ ਰਾਜੇ 15 ਨੇ ਵੀਡੀਓ ਨੂੰ ਪੌਜ਼ ਕਰਕੇ ਕੁਐਸਚਨ ਨੂੰ ਕਰੋ ਆਈ ਹੋਪ ਕਿ ਤੁਸੀਂ ਕੁਐਸਚਨ ਕਰ ਲਿੱਤਾ ਹੋਵੇਗਾ ਤਾਂ ਸਭ ਤੋਂ ਪਹਿਲਾ ਕਾਊਂਟ ਕੀ ਹੈ ਕਿ ਇਹਦੇ ਵਿੱਚ ਟੋਟਲ ਇਲੈਕਟ੍ਰੋਨ ਕਾਊਂਟ ਕੈਲਕੂਲੇਟ ਕਰ ਲਓ टोटल इलेक्ट्रॉन काउंट कितने आएंगे ऑस्मियम अगेन थोड़ा आयरन फैमिली का है तो 8 into 5 कार्बन कितने इलेक्ट्रॉन डोनेट करेगा 4 और कार्बोनिल 2 इलेक्ट्रॉन देता है तो 15 कितना करेगा 2 into 15 तो टोटल इलेक्ट्रॉन कितने आ गए ਤੁਹਾਡੇ ਕੋਲੇ 74 नेक्स्ट काम की है पॉलीहेड्रल इलेक्ट्रॉन काउंट ਕਾਦੇ ਇਕੁਅਲ ਹੁੰਦਾ ਹੈ ਤੁਹਾਡਾ TEC minus 12 into number of metal atoms ਕਿੰਨੇ ਨੇ ਤਾਂ ਆਪਣੇ ਕੋਲ ਕਿੰਨਾ ਆ ਗਿਆ 74 माइनस 12 into 5 कितना बन गया 74 माइनस 60 तक कितना आ गया 14 इलेक्ट्रॉन थर्ड काम की ਹੁੰਦਾ skeleton electron pair ਤਾਂ skeleton electron pair कितना काउंट करते हैं ਆਪਾਂ राजे polyhedral electron count by 2 ਤਾਂ कितना हो गया 14 by 2 ਤਾਂ कितना आ गया 7 ਤਾਂ ਦੇਖੋ ਆਪਣੇ ਕੋਲੇ number of metal atoms ਕਿੰਨੇ ਸੀ ਇੱਥੇ 5 ਔਰ ਆਪਣੇ ਕੋਲੇ skeleton electron pair ਦੀ ਵੈਲਿਊ ਕਿੰਨੀ ਆਈ ਹੈ 7 ਮਤਲਬ ਆਪਾਂ ਕੀ ਕਹਿ ਸਕਦੇ ਆ n+2 ਤਾਂ ਜਦੋਂ ਤੁਹਾਡੇ ਕੋਲੇ n+1 ਆਂਦੀ ਹੈ ਤਾਂ ਆਪਾਂ ਨੂੰ ਬੋਲਦੇ ਆ ਕਲੋਜ਼ੋ ਅਗਰ n+2 ਆਊਗੀ ਤਾਂ ਕੀ ਬੋਲਾਂਗੇ ਉਹਨੂੰ ਨਾਈਡੋ ਮਤਲਬ ਜੋ ਤੁਹਾਡੇ ਕੋਲ ਗਿਵਨ ਮੈਟਲ ਕਲਸਟਰ ਹੈ ਇਹਦਾ ਸਟਰਕਚਰ ਕੀ ਹੋਏਗਾ ਰਾਜੇ that would be a ਨਾਈਡੋ ਆਈ ਹੋਪ ਕਿ ਇਹ ਚੀਜ਼ ਕਲੀਅਰ ਹੋ ਗਈ ਹੈ ਕਿ ਆਪਾਂ ਕਿੱਦਾਂ ਇਹਨਾਂ ਦੇ ਜੋ ਕੁਐਸਚਨਸ ਨੇ ਉਹਨਾਂ ਨੂੰ ਅਟੈਂਪਟ ਕਰਨਾ ਹੈ ਹੁਣ ਨੈਕਸਟ ਗੱਲ ਕਰਦੇ ਇਹਨਾਂ ਦੀ ਜਿਓਮੈਟਰੀ ਦੇ ਉੱਪਰ ਹੋ ਸਕਦਾ ਕਿ ਤੁਹਾਨੂੰ ਪੇਪਰ ਦੇ ਵਿੱਚ ਜਿਓਮੈਟਰੀ ਪੁੱਛ ਲੈਣ ਜਿਓਮੈਟਰੀ ਆਪਾਂ ਪੜ੍ਹਦੇ ਨਾ ਟੈਟਰਾਗੋਨਲ ਹੈ ट्राइगोनल बाइपिरामिडल है स्क्वायर बाइपिरामिडल है ऑक्टाहेड्रल है ਤਾਂ ਮੈਂ ਕੁਝ ਤੁਹਾਨੂੰ ਟੋਟਲ ਇਲੈਕਟ੍ਰੋਨ ਕਾਊਂਟ ਜਿੱਦਾਂ ਆਪਾਂ ਕੈਲਕੂਲੇਟ ਕਰਦੇ ਹਾਂ ਉਹਦੇ ਅਕੋਰਡਿੰਗ ਆਪਾਂ ਦੱਸਦੇ ਹਾਂ ਕਿ ਆਪਣੇ ਗਿਵਨ ਮੈਟਲ ਕਲਸਟਰ ਦੀ ਰਾਜੇ ਜਿਓਮੈਟਰੀ ਕੀ ਹੁੰਦੀ ਹੈ ਤਾਂ ਉਹ ਲਿਖ ਲਓ ਧਿਆਨ ਚ ਰੱਖਣੀ ਹੈ ਉਹਦੇ ਅਕੋਰਡਿੰਗ ਸੀਕੁਐਂਸ ਚ ਰੱਖੋਗੇ ਤਾਂ ਕੁਐਸਚਨਸ ਕੀ ਰਹਿਣਗੇ ਤੁਹਾਨੂੰ ਈਜ਼ੀ ਬਣ ਜਾਣਗੇ ਹੈਨਾ ਤਾਂ ਲਿਖ ਲਓ ਤਾਂ ਮੈਟਲ ਕਲਸਟਰ ਦੀ ਜੋ ਜਿਓਮੈਟਰੀ ਹੈ ਉਹ ਆਪਾਂ ਕਾਹਦੇ ਅਕੋਰਡਿੰਗ ਲਿਖਦੇ ਹਾਂ ਟੋਟਲ ਇਲੈਕਟ੍ਰੋਨ ਕਾਊਂਟ ਦੇ ਅਕੋਰਡਿੰਗ ਆਪਾਂ ਆਪਣੇ ਮੈਟਲ ਕਲਸਟਰ ਦੀ ਜੋ ਜਿਓਮੈਟਰੀ ਹੈ ਨਾ ਉਹਨੂੰ ਡਿਫਾਈਨ ਕਰ ਸਕਦੇ ਹਾਂ ਤਾਂ ਅਗਰ ਮੰਨ ਲਓ ਤੁਹਾਡੇ ਕੋਲ ਟੋਟਲ ਇਲੈਕਟ੍ਰੋਨ ਕਾਊਂਟ ਜੋ ਹੈ ਉਹ ਕਿੰਨਾ ਆ ਰਿਹਾ ਹੈ 18 ਆ ਰਿਹਾ ਤਾਂ ਉਹਦੀ ਜਿਓਮੈਟਰੀ ਰਾਜੇ ਕੀ ਹੋਏਗੀ ਮੋਨੋ ਨਿਊਕਲੀਅਰ ਅਗਰ ਮੰਨ ਲਓ ਉਹਦੀ ਟੋਟਲ ਇਲੈਕਟ੍ਰੋਨ ਕਾਊਂਟ ਕਿੰਨਾ ਆ ਰਿਹਾ 48 ਤਾਂ ਉਹਦੀ ਜਿਓਮੈਟਰੀ ਕੀ ਹੋਏਗੀ ਰਾਜੇ ਟ੍ਰਾਈਗੋਨਲ 3 ਰਾਜੇ 3-4 ਵਾਰੀ ਅਗਰ ਲਿਖ ਲਿਖ ਕੇ ਪ੍ਰੈਕਟਿਸ ਕਰੋਗੇ ਨਾ ਆਪਣੇ ਮਾਈਂਡ 'ਚ ਬੈਠ ਜਾਏਗਾ ਤਾਂ ਸੀਕੁਐਂਸ 'ਚ ਲਿਖਣਾ ਧਿਆਨ ਰੱਖਣਾ ਅਗਰ 60 ਹੋਏਗੀ ਤਾਂ ਰਾਜੇ ਦੀ ਜਿਓਮੈਟਰੀ ਹੁੰਦੀ ਹੈ ਤੁਹਾਡੇ ਕੋਲੇ ਟੈਟਰਾਹੈਡਰਲ
ਨੈਟ ਦੇ ਪੇਪਰ ਚ ਕੁਐਸਚਨ ਦੇਖੋ ਹਰ ਚੋਂ ਹੀ ਆਇਆ ਹੋਇਆ ਹੈ, ਪਰ ਜਦੋਂ ਮੈਂ ਨੈਟ ਦਾ ਪੇਪਰ ਕੁਆਲੀਫਾਈ ਕੀਤਾ ਸੀ ਵਿਦ 올 ਇੰਡੀਆ ਰੈਂਕ 4 ਹੈ ਨਾ, ਤਾਂ ਪੇਪਰ ਚ ਕੁਐਸਚਨ ਕੀ ਆਇਆ ਸੀ ਤੁਹਾਡਾ ਕਿ 62 ਟੋਟਲ ਇਲੈਕਟ੍ਰੋਨ ਕਾਊਂਟ ਹੈ, ਮੇਰਾ ਕਾਊਂਟ ਕਰਕੇ ਆਇਆ, ਉਹਦੀ ਜਿਓਮੈਟਰੀ ਕੀ ਹੁੰਦੀ ਹੈ, ਤਾਂ ਉਹਦੀ ਜਿਓਮੈਟਰੀ ਕੀ ਸੀ, ਉੱਥੇ ਆਨਸਰ ਸੀਗਾ ਬਟਰਫਲਾਈ। ਉਹਦੀ ਜਿਓਮੈਟਰੀ ਕੀ ਹੁੰਦੀ ਹੈ, ਬਟਰਫਲਾਈ। ਅਗਰ ਤੁਹਾਡੇ ਕੋਲ 72 ਹੈ ਰਾਜੇ, ਉਹਦੀ ਜਿਓਮੈਟਰੀ ਕੀ ਹੁੰਦੀ ਹੈ, ਟ੍ਰਾਈਗੋਨਲ ਬਾਈਪਿਰਾਮਿਡਲ। ਤਾਂ ਇਲੈਕਟ੍ਰੋਨ ਕਾਊਂਟ ਕਰਨੇ ਮੈਂ ਤੁਹਾਨੂੰ ਆਲਰੇਡੀ ਸਿਖਾ ਦਿੱਤੇ ਨੇ, ਤਾਂ ਉਹਦੇ ਅਕੋਰਡਿੰਗ ਹੀ ਤੁਸੀਂ ਚੱਲਣਾ ਹੈ। 74 ਹੈ ਤਾਂ ਰਾਜੇ ਸਕੁਆਇਰ ਪਿਰਾਮਿਡਲ। ਅਗਰ ਰਾਜੇ 84 ਹੈ ਤਾਂ ਤੁਹਾਡੇ ਕੋਲ ਹੁੰਦੀ ਹੈ ਬਾਈ ਕੈਪਡ ਟੈਟਰਾਹੈਡਰਲ, ਬਾਈ ਕੈਪਡ ਟੈਟਰਾਹੈਡਰਲ। ਇਟਸ ਡਾਇਰੈਕਟਲੀ ਕੁਐਸਚਨ ਪੁੱਛੇ ਜਾ ਸਕਦੇ ਨੇ ਰਾਜੇ। ਅਗਰ 86 ਹੈ ਤਾਂ ਤੁਹਾਡੇ ਕੋਲ ਜੋ ਜਿਓਮੈਟਰੀ ਹੋਏਗੀ ਤੁਹਾਡੇ ਕਲਸਟਰ ਦੀ, ਉਹ ਕੀ ਹੋਏਗੀ, ऑक्टाहेड्रल होएगी, दैट वुड बी अ ऑक्टाहेड्रल। ठीक है, लिख लो। अगर 90 है दैट वुड बी अ ट्राइगोनल प्रिज्म, दैट वुड बी अ ट्राइगोनल प्रिज्म। और अगर 112 है दैट वुड बी अ स्क्वायर एंटी प्रिज्म, स्क्वायर एंटी प्रिज्म। ये सारे बेटा नैट ਦੇ ਟੌਪਿਕਸ ਹੁੰਦੇ ਨੇ, ਨੈਟ ਵਿੱਚ ਤਾਂ ਦੇਖੋ ਇਹ ਕੁਐਸਚਨਸ ਬੜੇ ਆਮ ਨੇ, ਤਾਂ ਇਸ ਵਾਰ ਇਹਨਾਂ ਨੇ ਇੱਥੇ ਇੰਟਰੋਡਿਊਸ ਕਰਤੇ ਨੇ, ਤਾਂ ਮੈਨੂੰ ਹੋਪ ਹੈ ਕਿ ਇਦਾਂ ਚੋਂ ਇੱਕ ਜਾਂ ਦੋ ਕੁਐਸਚਨ ਤੁਹਾਡੇ ਬਣ ਸਕਦੇ ਨੇ। ਔਰ ਇੱਕ ਦੋ ਨੰਬਰ ਆਪਣੇ ਲਈ ਕਿੰਨੇ ਮਾਇਨੇ ਰੱਖਦੇ ਬੇਟਾ ਆਪਾਂ ਨੂੰ ਪਤਾ ਹੈ, ਤਾਂ ਇਸ ਕਰਕੇ ਮੈਂ ਟੌਪਿਕ ਤੁਹਾਨੂੰ ਸਭ ਨੂੰ ਕਰਵਾ ਰਿਹਾ YouTube ਦੇ ਉੱਪਰ। ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ, ਕਮੈਂਟ ਚ ਦੱਸਿਓ ਕਿੱਦਾਂ ਲੱਗਿਆ। ਤਾਂ ਕੁਐਸਚਨ ਪ੍ਰੈਕਟਿਸ ਕਰ ਲੈਣੇ, ਦੇਖੋ ਹਰ ਚੀਜ਼ ਦੀ ਕੁਐਸਚਨ ਪ੍ਰੈਕਟਿਸ ਬਹੁਤ ਜ਼ਰੂਰੀ ਹੈ। ਮੰਨ ਲਓ ਮੈਂ ਤੁਹਾਨੂੰ ਦਿੱਤਾ ਹੈ ਰੋਡੀਅਮ 6 ਕਾਰਬੋਨਿਲ 16, ਤਾਂ ਇਹਨੂੰ ਕਾਊਂਟ ਕਰੋ, ਇਹਦੇ ਵਿੱਚ ਟੋਟਲ ਇਲੈਕਟ੍ਰੋਨ ਕਾਊਂਟ ਕਰੋ ਰਾਜੇ ਕਿੰਨੇ ਬਣ ਰਹੇ ਨੇ, ਫਿਰ ਇਹਦੇ ਅਕੋਰਡਿੰਗ ਆਪਾਂ ਦੇਖਦੇ ਹਾਂ। ਤਾਂ ਰੋਡੀਅਮ ਤੁਹਾਡਾ ਰਾਜੇ ਕਿਹੜੀ ਫੈਮਿਲੀ ਤੋਂ ਬਿਲੋਂਗ ਕਰਦਾ ਹੈ, ਦੈਟ ਕਮਸ ਆਊਟ ਟੂ ਬੀ ਕੋਬਾਲਟ ਫੈਮਿਲੀ। ਔਰ ਕੋਬਾਲਟ ਦੇ ਵਿੱਚ ਰਾਜੇ ਵੈਲੈਂਸ ਇਲੈਕਟ੍ਰੋਨ ਕਿੰਨੇ ਹੁੰਦੇ ਨੇ, 9। ਤਾਂ ਆਪਾਂ ਟੋਟਲ ਇਲੈਕਟ੍ਰੋਨ ਕਾਊਂਟ ਕਰ ਲਓ, ਕਿੰਨੇ ਹੋ ਗਏ, 9 into 6 ਪਲੱਸ ਕਾਰਬੋਨਿਲ ਕਿੰਨੇ ਦਿੰਦੇ ਨੇ, 2, ਤਾਂ 2 into 16 ਤਾਂ ਕਿੰਨਾ ਬਣ ਗਿਆ, 86। ਔਰ 86 ਤੇ ਕਿਹੜਾ ਆ ਰਿਹਾ ਤੁਹਾਡਾ, 86 ਤੇ ਕੀ ਆ ਰਿਹਾ ਹੈ, ऑक्टाहेड्रल। मतलब ਇਹਦੀ ਜਿਓਮੈਟਰੀ ਕੀ ਹੋਏਗੀ, ऑक्टाहेड्रल। डायरेक्ट क्वेश्चन पूछे जाते हैं राजे, डायरेक्ट क्वेश्चन आप करते हैं। मान लो ਤੁਹਾਡੇ ਕੋਲ ਕੀ ਹੈ, Fe5 है, CO15 है, कार्बन है, तो ਇਹਦੇ ਵਿੱਚ ਕਾਊਂਟ ਕਰੋ ਟੋਟਲ ਇਲੈਕਟ੍ਰੋਨ। ਤਾਂ ਦੇਖੋ ਆਇਰਨ ਕਿੰਨੇ ਇਲੈਕਟ੍ਰੋਨ ਕੰਟਰੀਬਿਊਟ ਕਰੇਗਾ, 5, ਕਾਰਬੋਨਿਲ 2, ਤਾਂ 2 into 15, और कार्बन कितने करेगा, 4। तो इनू काउंट कर लो कितना बनेगा राजी, दैट कम्स आउट टू बी 30, 40, 70, 74। तो 74 मतलब 74 कितने है, स्क्वायर पिरामिडल। तो ਇਹਦੀ ਜਿਓਮੈਟਰੀ ਕੀ ਆਏਗੀ ਤੁਹਾਡੇ ਕੋਲੇ, ਸਕੁਆयर ਪਿਰਾਮਿਡਲ। ਡਾਇਰੈਕਟ ਕੁਐਸਚਨ ਐਗਜ਼ਾਮ ਦੇ ਵਿੱਚ ਆਉਂਦੇ ਨੇ ਕਿ ਕਿੱਦਾਂ ਹੋ ਸਕਦੇ ਨੇ, ਤਾਂ ਧਿਆਨ ਰੱਖਣਾ ਬਹੁਤ ਹੀ ਇੰਪੋਰਟੈਂਟ ਹੈ ਫਰੋਮ ਦਾ ਐਗਜ਼ਾਮੀਨੇਸ਼ਨ ਪੁਆਇੰਟ ਆਫ व्यू। क्लियर है पॉइंट। चलो आगे चलते हैं, कुछ कुछ पॉइंट्स ने ਹੁਣ ਦੇਖੋ ਜੋ ਆਪਾਂ ਬੋਰੋਨ ਫੈਮਿਲੀ ਪੜ੍ਹੀ, ਆਪਾਂ ਡਾਈਬੋਰੇਨਸ ਪੜ੍ਹੇ ਹੈ ਨਾ, ਆਪਾਂ ਉਹਦੇ ਅਕੋਰਡਿੰਗ ਦੱਸਿਆ ਕਲੋਜ਼ੋ, ਨਾਈਟੋ, ਅਰੈਥਨੋ, ਹਾਈਪੋਕਲੈਡੋ ਹੈ ਨਾ। ਹੁਣ ਦੇਖੋ ਕੀ ਹੁੰਦਾ ਹੈ, ਥੋੜਾ ਜਿਹਾ ਉਹਨੂੰ ਨਾ ਮੋਡੀਫਾਈ ਕੀਤਾ। ਹੁਣ ਜਿਵੇਂ ਮੰਨ ਲਓ ਆਪਾਂ ਡਾਇਰੈਕਟਲੀ ਮੰਨ ਲਓ ਤੁਹਾਡੇ ਕੋਲ ਆਹ ਦਿੱਤਾ C2B4H7 ਨੈਗੇਟਿਵ। ਅਗਰ ਤੁਹਾਨੂੰ ਦੇਖੋ ਆਹ ਦਿੱਤਾ ਕਿ ਦੱਸੋ ਇਹ ਕੰਪਾਊਂਡ ਕੀ ਹੈ, ਜਿਹੜਾ ਤੁਹਾਡੇ ਕੋਲ ਕਲਸਟਰ ਦਿੱਤਾ ਹੋਇਆ ਹੈ ਮੈਟਲ ਦਾ ਕਲਸਟਰ, ਇਹ ਨਾਈਟੋ ਹੈ, ਕਲੋਜ਼ੋ ਹੈ, ਅਰੈਕਨੋ ਹੈ, ਕੀ ਹੈ। ਤਾਂ ਧਿਆਨ ਰੱਖਣਾ ਆਪਾਂ ਕਿਸ ਟਰਮ ਚ ਪੜਿਆ ਹੋਇਆ, ਬੋਰੋਨ ਤੇ ਹਾਈਡਰੋਜਨ ਦੀ ਫੈਮਿਲੀ ਚ। ਤਾਂ ਇਹਨੂੰ ਨਾ ਆਪਾਂ ਕਨਵਰਟ ਕਰਾਂਗੇ, ਆਪਾਂ ਕੋਸ਼ਿਸ਼ ਕਰਦੇ ਕਿ ਕਾਰਬਨ ਨੂੰ ਆਪਾਂ ਕਨਵਰਟ ਕਰਕੇ ਲਿਖ ਸਕੀਏ ਇਨ ਟਰਮਸ ਆਫ ਬੋਰੋਨ। ਦੇਖੋ ਕਾਰਬਨ ਵਿੱਚ ਤੁਹਾਨੂੰ ਪਤਾ ਹੈ ਇਲੈਕਟ੍ਰੋਨ ਕਿੰਨੇ ਕੰਟਰੀਬਿਊਟ ਕਰੇਗਾ, 4। ਤਾਂ ਕਾਰਬਨ 4 ਇਲੈਕਟ੍ਰੋਨ ਕੰਟਰੀਬਿਊਟ ਕਰਦਾ ਹੈ, ਤਾਂ ਆਪਾਂ ਇਹਨੂੰ ਕਿੱਦਾਂ ਕਨਵਰਟ ਕਰ ਸਕਦੇ ਹਾਂ ਰਾਜੇ, ਇਹਨੂੰ ਬੋਰੋਨ ਤੇ ਹਾਈਡਰੋਜਨ। ਤਾਂ ਬੋਰੋਨ ਕਿੰਨੇ ਕੰਟਰੀਬਿਊਟ ਕਰਦਾ ਹੈ, 3, और एक हाइड्रोजन कितने कंट्रीब्यूट करता है, 1। तो 3 + 1 4 हो गया, दैट मींस एक जो कार्बन है दैट इज इक्विवेलेंट टू BH। ਇਹਨੂੰ ਆਪਾਂ ਬੋਲਦੇ ਰਾਜੇ ਆਈਸੋਲੋਬਲ ਐਨਾਲੋਗੀ। ਇਸ ਟੌਪਿਕ ਨੂੰ ਆਪਾਂ ਬੋਲਦੇ ਹਾਂ ਆਈਸੋਲੋਬਲ ਐਨਾਲੋਗੀ। ਇਹਦੇ ਵਿੱਚ ਕੀ ਹੁੰਦਾ ਹੈ, ਆਪਾਂ ਨੂੰ ਕੀ ਕਰਦੇ ਹਾਂ, ਆਪਣੇ ਗਿਵਨ ਐਲੀਮੈਂਟ ਨੂੰ ਆਪਾਂ ਦੂਜੇ ਦੇ ਕੰਪੇਅਰ ਦੇ ਵਿੱਚ ਲੈ ਕੇ ਚੱਲਦੇ ਹਾਂ ਕਿ ਕਿੱਦਾਂ ਉਹਨੂੰ ਉਸ ਫਾਰਮ 'ਚ ਲਿਖ ਸਕਦੇ ਹਾਂ। ਤਾਂ ਦੈਟ ਮੀਨਸ ਕਾਰਬਨ 4 ਇਲੈਕਟ੍ਰੋਨ ਕੰਟਰੀਬਿਊਟ ਕਰ ਰਿਹਾ ਸੀ, ਤਾਂ ਕੌਣ 4 ਇਲੈਕਟ੍ਰੋਨ ਕੰਟਰੀਬਿਊਟ ਕਰ ਸਕਦਾ, ਕਿੱਦਾਂ, ਇੱਕ ਬੋਰੋਨ ਤੇ ਇੱਕ ਹਾਈਡਰੋਜਨ ਮਿਲ ਕੇ। ਤਾਂ ਆਪਾਂ ਇੱਥੇ ਕੀ ਕਰੋ, ਰਿਪਲੇਸ ਕਰ ਦੋ ਰਾਜੇ, ਰਿਪਲੇਸ ਕਰ ਦੋ ਇੱਕ ਕਾਰਬਨ ਨੂੰ ਵਿਦ ਯੂਅਰ ਬੋਰੋਨ ਐਂਡ ਹਾਈਡਰੋਜਨ। ਤਾਂ ਆਪਣੇ ਕੋਲ ਕਿੰਨਾ ਬਣ ਗਿਆ, ਦੇਖੋ 2 ਕਾਰਬਨ ਸੀਗੇ ਤਾਂ ਆਪਣੇ ਕੋਲ ਕੀ ਬਣ ਜੂਗਾ, B2H2। और ऑलरेडी अपने को कितना सी, B4H7 नेगेटिव सी। तो काउंट कर लो किन्ने हो गए, बोरोन किन्ने हो गए टोटल ਤੁਹਾਡੇ ਕੋਲੇ 6, हाइड्रोजन किन्ने हो गए 9, ऊपर नेगेटिव चार्ज है ਰਾਜੇ। 네ਗੇਟਿਵ ਚਾਰਜ ਨੂੰ ਨਲੀਫਾਈ ਕੌਣ ਕਰਦਾ ਹੈ, ਹਾਈਡਰੋਜਨ, H ਪੋਜ਼ਿਟਿਵ ਆ ਜਾਊਗਾ। ਤਾਂ ਇਹਨੂੰ ਆਪਾਂ ਇਸ ਫਾਰਮ ਚ ਲਿਖ ਸਕਦੇ ਹਾਂ B6H10, ਕਿਉਂਕਿ ਅਗਰ ਇੱਕ ਹਾਈਡਰੋਜਨ ਬਾਹਰ ਜਾਏਗਾ ਤਾਂ ਕੀ ਬਚ ਜਾਏਗਾ, B6H9 ਨੈਗੇਟਿਵ। ਤਾਂ ਅਗਰ 네ਗੇਟਿਵ ਚਾਰਜ ਨੂੰ ਕੰਪਨਸੇਟ ਕਰ ਦੋ ਹਾਈਡਰੋਜਨ ਦੇ ਨਾਲ, ਤਾਂ ਇਹ ਕਿਹੜੀ ਫਾਰਮ ਹੋਗੀ, ਦੇਖੋ BN HN+4 टाइप। और ਇਹ ਕਿਹੜਾ ਫਾਰਮ ਹੁੰਦਾ ਹੈ ਤੁਹਾਡਾ, दैट इज योर ਕਿਹੜੀ ਫਾਰਮ ਹੁੰਦੀ ਹੈ, दैट इज योर नाइडो।
दैट इज योर नाइडो। अच्छा क्वेश्चन पेपर च पूछ लैन कि गिवन ਕਲਸਟਰ ਦੇ ਲਈ ਸਕੈਲਟਨ ਇਲੈਕਟ੍ਰੋਨ ਪੇਅਰਸ ਕਿੰਨੇ ਨੇ, ਤਾਂ ਆਪਾਂ ਨੂੰ ਪਤਾ ਹੈ ਜੀ ਨਾਈਡੋ ਦੇ ਵਿੱਚ ਸਕੈਲਟਨ ਇਲੈਕਟ੍ਰੋਨ ਪੇਅਰਸ ਕਿੰਨੇ ਹੁੰਦੇ ਨੇ n+2। ਆਪਾਂ ਹੁਣੇ ਕਾਊਂਟ ਕੀਤਾ ਸੀ ਨਾ ਸਕੈਲਟਨ ਇਲੈਕਟ੍ਰੋਨ ਪੇਅਰਸ ਕਿੰਨੇ ਹੁੰਦੇ ਨੇ ਤੁਹਾਡੇ ਕੋਲੇ ਨਾਈਡੋ ਦੇ ਵਿੱਚ n+2। ਔਰ n ਕਿਹਨੂੰ ਰਿਪਰੈਜ਼ੈਂਟ ਕਰਦਾ ਜੋ ਆਪਣੇ ਕੋਲ ਕਿੰਨੇ ਸਿਸਟਮਸ ਨੇ, ਇੱਥੇ ਕਿੰਨੇ n ਦੀ ਵੈਲਿਊ ਕਿੰਨੀ ਹੈ 6, ਦੈਟ ਮੀਨਸ ਸਕੈਲਟਨ ਇਲੈਕਟ੍ਰੋਨ ਪੇਅਰਸ ਕਿੰਨੇ ਆਣਗੇ 6+2 ਮਤਲਬ ਕਿੰਨੇ ਆਣਗੇ 8 ਆਣਗੇ। ਤਾਂ ਐਦਾਂ ਦਾ ਕੁਐਸਚਨ ਵੀ ਡਾਇਰੈਕਟਲੀ ਤੁਹਾਨੂੰ ਐਗਜ਼ਾਮ ਦੇ ਵਿੱਚ ਰਾਜੇ ਪੁੱਛਿਆ ਜਾ ਸਕਦਾ। ਤਾਂ ਧਿਆਨ ਰੱਖਣਾ ਕਿ ਆਪਾਂ ਉਹਨੂੰ ਕਿੱਦਾਂ ਇਨ ਦਾ ਫਾਰਮ ਆਫ ਅਦਰ ਵਨ ਕਨਵਰਟ ਕਰਕੇ ਲਿਖ ਸਕਦੇ ਹਾਂ। ਇਦਾਂ ਹੀ ਦੋ ਤਿੰਨ ਐਗਜ਼ਾਮਪਲਸ ਹੋਰ ਕਰ ਲੈਣੇ ਤਾਂ ਕਿ ਥੋੜੀ ਪ੍ਰੈਕਟਿਸ ਹੋ ਜੇ ਕਿ ਆਪਾਂ ਉਹਨਾਂ ਨੂੰ ਕਿੱਦਾਂ ਕਨਵਰਟ ਕਰਕੇ ਲਿਖ ਸਕਦੇ ਹਾਂ। ਮੰਨ ਲਓ ਤੁਹਾਡੇ ਕੋਲ ਦਿੱਤਾ ਹੈ B3H7 FeCO3 ਟਵਾਈਸ। ਹੁਣ ਦੇਖੋ ਆਪਣੇ ਕੋਲੇ ਮੈਂ ਧਿਆਨ ਰੱਖੋ ਬੇਟਾ ਹਮੇਸ਼ਾ ਜਦੋਂ ਵੀ ਇਦਾਂ ਦੱਸਣਾ ਹੈ ਨਾ ਬੋਰੋਨ ਦੀ ਫਾਰਮ ਚ ਕਨਵਰਟ ਕਰੋ। ਇਹ ਤਾਂ ਆਲਰੇਡੀ ਬੋਰੋਨ ਤੇ ਹਾਈਡਰੋਜਨ ਹੈ ਬੋਰੇਨ ਹੈ, ਇਹਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਇਹਦੇ ਵਿੱਚ ਦੇਖੋ ਕਿੰਨੇ ਇਲੈਕਟ੍ਰੋਨਸ ਨੇ ਉਹਦੇ ਅਕੋਰਡਿੰਗ ਫਿਰ ਕੀ ਕਰਾਂਗੇ ਇਹਨੂੰ ਕਨਵਰਟ ਕਰਾਂਗੇ। ਤਾਂ ਆਪਾਂ ਨੂੰ ਪਤਾ ਹੈ ਰਾਜੀ ਆਇਰਨ ਕਿੰਨੇ ਇਲੈਕਟ੍ਰੋਨ ਕੰਟਰੀਬਿਊਟ ਕਰ ਰਿਹਾ 8, ਇਹ ਕਿੰਨੇ ਇਲੈਕਟ੍ਰੋਨ ਕੰਟਰੀਬਿਊਟ ਕਰੇਗਾ 2, ਤਾਂ 2 3 16 ਸੌਰੀ 6 ਤਾਂ ਕਿੰਨਾ ਬਣ ਗਿਆ 14। ਹੁਣ ਦੇਖੋ 14 ਤਾਂ ਧਿਆਨ ਰੱਖਣਾ ਜਦੋਂ ਵੀ ਤੁਹਾਡੇ ਕੋਲ ਟ੍ਰਾਂਜੀਸ਼ਨ ਐਲੀਮੈਂਟਸ ਇੱਥੇ ਆ ਜਾਣ ਜਿਵੇਂ ਕਿ ਤੁਹਾਡੇ ਕੋਲ ਡੀ ਬਲੌਕ ਦੇ ਐਲੀਮੈਂਟਸ ਆ ਜਾਣਗੇ ਤਾਂ ਅਗਰ ਉਹ ਤੋਂ 10 ਇਲੈਕਟ੍ਰੋਨ ਘੱਟ ਕਰਨੇ ਹੁੰਦੇ ਨੇ, ਅਗਰ ਤੁਹਾਡੇ ਕੋਲ 14 ਹੈ ਤਾਂ ਉਹਨੂੰ ਆਪਾਂ ਰਿਪਲੇਸ ਕਰਾਂਗੇ 4 ਇਲੈਕਟ੍ਰੋਨ ਦੇ ਨਾਲ। ਅਗਰ 15 ਹੋਇਆ that would be replaced by 5 ਇਲੈਕਟ੍ਰੋਨ। ਧਿਆਨ ਰੱਖਣਾ ਅਗਰ ਤੁਹਾਡੇ ਕੋਲ 14 ਆਇਆ ਤੁਹਾਡੇ ਕੋਲ ਡੀ ਬਲੌਕ ਦੇ ਐਲੀਮੈਂਟਸ ਨੇ 14 ਇਲੈਕਟ੍ਰੋਨ ਕੰਟਰੀਬਿਊਟ ਕਰ ਰਹੇ ਉਹਨੂੰ ਆਪਾਂ ਰਿਪਲੇਸ ਕਰਨਾ ਹੈ 4 ਦੇ ਨਾਲ, 4 ਇਲੈਕਟ੍ਰੋਨ ਸਿਸਟਮ ਨਾਲ। ਅਗਰ 15 ਆਇਆ ਤਾਂ ਉਹਨੂੰ 5 ਇਲੈਕਟ੍ਰੋਨ ਸਿਸਟਮ ਨਾਲ ਕੰਟਰੀਬਿਊਟ ਕਰਾਂਗੇ। 16 ਆਇਆ ਤਾਂ ਉਹਨੂੰ ਕਿੰਨੇ ਨਾਲ ਆਪਾਂ ਚੇਂਜ ਕਰਾਂਗੇ 6 ਦੇ ਨਾਲ। ਅਗਰ ਤੁਹਾਡੇ ਕੋਲ 17 ਇਲੈਕਟ੍ਰੋਨ ਕੰਟਰੀਬਿਊਟ ਕਰ ਰਹੇ ਨੇ ਤਾਂ ਉਹਨੂੰ ਆਪਾਂ ਕਿਸ ਚੀਜ਼ ਨਾਲ ਚੇਂਜ ਕਰਾਂਗੇ 7 ਇਲੈਕਟ੍ਰੋਨ ਸਿਸਟਮ ਦੇ ਨਾਲ। ਔਰ ਅਗਰ 18 ਕੰਟਰੀਬਿਊਟ ਕਰ ਰਿਹਾ ਤਾਂ ਉਹਨੂੰ ਚੇਂਜ ਕਰਾਂਗੇ ਆਪਾਂ 8 ਇਲੈਕਟ੍ਰੋਨ ਸਿਸਟਮ ਦੇ ਨਾਲ। ਹੁਣ 4 ਇਲੈਕਟ੍ਰੋਨ ਸਿਸਟਮ ਮਤਲਬ ਕੀ ਹੋ ਜਾਏਗਾ ਤੁਹਾਡਾ ਇੱਕ ਬੋਰੋਨ ਤੇ ਇੱਕ ਹਾਈਡਰੋਜਨ। ਤਾਂ ਇਹਨੂੰ ਦੇਖੋ ਆਪਾਂ ਹੁਣ ਕਿੱਦਾਂ ਲਿਖ ਸਕਦੇ ਹਾਂ ਹਾਊ ਯੂ ਕੈਨ ਰਾਈਟ ਦਿਸ ਕੁਐਸਚਨ that becomes B3H7 और आपका अंदर वाली जो टर्म है उनकी लिख सकते हैं BH कितना ट्वाइस है। इन्हें ओपन करके लिख लो बोरोन कितने बन गए 5, हाइड्रोजन कितने बन गए टोटल 9, तो B5H9 एक एडी फॉर्म होगी B5H9 अगेन नाइडो फॉर्म बन चुकी है। एक ही बन चुकी है थोड़ी नाइडो फॉर्म। ਤਾਂ ਇਦਾਂ ਦੇ ਜੋ ਕੁਐਸਚਨਸ ਨੇ ਉਹ ਤੁਹਾਡੇ ਐਗਜ਼ਾਮ ਦੇ ਵਿੱਚ ਆ ਸਕਦੇ ਨੇ। ਮੈਂ ਬਾਰ-ਬਾਰ ਕਹਿ ਰਿਹਾ ਇਹਨਾਂ ਨੂੰ ਹੁਣ ਤੁਸੀਂ ਧਿਆਨ ਨਾਲ ਦੇਖਣਾ ਹੈ ਕਿ ਆਪਾਂ ਕਿੱਦਾਂ ਕਨਵਰਟ ਕਰਕੇ ਇਹਨਾਂ ਨੂੰ ਕੀ ਕਰ ਸਕਦੇ ਹਾਂ ਸੋਲਵ ਆਊਟ ਕਰ ਸਕਦੇ हैं। डायरेक्टली क्वेश्चन जो है ਇਹਨਾਂ ਦੇ ਬੇਸ ਤੇ ਪੁੱਛੇ ਜਾ ਸਕਦੇ ਨੇ ਕੋਈ ਵੀ ਆ ਜੇ। ਮੰਨ ਲਓ ਅਗਰ 15 ਆਇਆ ਤਾਂ 15 ਨੂੰ ਕੀ ਲਿਖ ਸਕਦੇ ਹੋ 5 ਇਲੈਕਟ੍ਰੋਨ ਹੈ ਤਾਂ ਉਹਨੂੰ ਕੀ ਲਿਖ ਸਕਦੇ BH2 ਲਿਖ ਦੋਗੇ। 6 ਇਲੈਕਟ੍ਰੋਨ ਹੈ ਤਾਂ ਉਹਨੂੰ ਕੀ ਲਿਖ ਦੋਗੇ BH3। ਅਗਰ ਤੁਹਾਡੇ ਕੋਲ 7 ਇਲੈਕਟ੍ਰੋਨ ਹੈ ਤਾਂ ਉਹਨੂੰ ਕੀ ਲਿਖ ਸਕਦੇ ਹੋ BH4। ਤਾਂ ਇਦਾਂ ਇਦਾਂ ਕਰਕੇ ਉਹਨੂੰ ਲਿਖ ਸਕਦੇ ਹੋ ਡਿਪੈਂਡਿੰਗ ਅਪਨ ਦਾ ਸਿਸਟਮ ਕਿ ਉਹਨੂੰ ਤੁਸੀਂ ਕਿੱਦਾਂ ਕਨਵਰਟ ਕਰਨਾ ਹੈ। ਤਾਂ ਉਹਦੇ ਅਕੋਰਡਿੰਗ ਤੁਸੀਂ ਆਪਣੇ ਕੁਐਸਚਨ ਨੂੰ ਮੋਲਡ ਕਰ ਸਕਦੇ ਹੋ। ਆਪਣੇ ਕੁਐਸਚਨ ਨੂੰ ਉਸ ਅਕੋਰਡਿੰਗ ਆਪਾਂ ਕੀ ਕਰ ਸਕਦੇ ਹਾਂ ਲਿਖ ਸਕਦੇ ਹਾਂ। ਧਿਆਨ ਰੱਖਣਾ ਇੰਪੋਰਟੈਂਟ ਪਾਰਟ ਹੈ ਮੈਂ ਬਾਰ-ਬਾਰ ਕਹਿ ਰਿਹਾ ਹਾਂ। ਇਸ ਤੋਂ ਬਾਅਦ ਰਾਜੇ ਕੀ ਆਂਦਾ ਹੈ ਤੁਹਾਡਾ ਇੱਕ ਤੁਹਾਡੇ ਕੋਲ ਇੱਕ ਟਾਈਪ ਹੋਰ ਰਹਿ ਗਈ ਹੈ ਉਹ ਵੀ ਮੈਂ ਤੁਹਾਨੂੰ ਐਕਸਪਲੇਨ ਕਰ ਹੀ ਦਿੰਦਾ ਹਾਂ that is your zintal ion। ਉਹ ਕੀ ਹੈ ਤੁਹਾਡੇ ਕੋਲੇ zintal ions। ਦੇਖੋ ਆਇਨ ਦਾ ਮਤਲਬ ਕੀ ਹੋ ਗਿਆ ਕਿ ਉੱਥੇ ਉਹਨੇ ਚਾਰਜ ਪ੍ਰੈਜ਼ੈਂਟ ਹੋਏਗਾ, ਉਹਨਾਂ ਵਿੱਚ ਕੀ ਹੋਏਗਾ ਇੱਕ ਚਾਰਜ ਪ੍ਰੈਜ਼ੈਂਟ ਹੋਏਗਾ। ਜਿੱਦਾਂ ਕਿ ਮੰਨ ਲਓ ਇਦਾਂ ਦੇ ਸਿਸਟਮਸ ਨੇ ਜਿਵੇਂ ਤੁਹਾਡੇ ਕੋਲ SN9 4 ਨੈਗੇਟਿਵ SB5 3 ਨੈਗੇਟਿਵ ਇਹਨਾਂ ਨੂੰ ਆਪਾਂ ਜ਼ਿੰਟਲ ਆਇਨ ਬੋਲਦੇ ਹਾਂ। ਮਤਲਬ ਇੱਕ ਆਇਨ ਹੈ ਉਹਦੇ ਵਿੱਚ ਕਾਫੀ ਸਾਰੇ ਮੈਟਲਸ ਪ੍ਰੈਜ਼ੈਂਟ ਨੇ ਜਿਵੇਂ ਹੁਣ ਦੇਖੋ 3 ਹੈ 9 ਮੈਟਲਸ ਨੇ ਐਂਟੀਮਨੀ 5 ਨੇ ਹਨਾ PB5 2 ਨੈਗੇਟਿਵ ਬਿਸਮਥ ਹੈ BI5 3 ਨੈਗੇਟਿਵ। ਤਾਂ ਇਹਨਾਂ ਨੂੰ ਆਪਾਂ ਕਿੱਦਾਂ ਕਲਾਸੀਫਾਈ ਕਰਾਂਗੇ ਕਿ ਇਹ ਕਲੋਜ਼ੋ ਹੈ ਨਾਈਡੋ ਹੈ ਅਰੈਕਨੋ ਹੈ ਹਾਊ ਯੂ ਆਰ ਗੋਇੰਗ ਟੂ ਕਲਾਸੀਫਾਈ them। ਤਾਂ ਇਹਨਾਂ ਦੇ ਲਈ ਅਲੱਗ ਤੋਂ ਇੱਕ ਰੂਲ ਹੁੰਦਾ ਹੈ ਉਹ ਤੁਸੀਂ ਨੋਟ ਜ਼ਰੂਰ ਕਰ ਲਓ ਮੈਂ ਇੱਥੇ ਲਿਖ ਦਿੰਦਾ ਤੁਹਾਨੂੰ ਆਪਣੇ ਕੋਲ ਕੀ ਹੁੰਦਾ ਹੈ ਰੂਲ। ਤਾਂ ਉਹਦੇ ਅਕੋਰਡਿੰਗ ਇਹਨਾਂ ਨੂੰ ਕੀ ਕਰਦੇ ਆਪਾਂ ਕਲਾਸੀਫਾਈ ਕਰਦੇ। ਦੇਖੋ ਹਰ ਇੱਕ ਸਿਸਟਮ ਦੇ ਲਈ ਨਾ ਅਲੱਗ-ਅਲੱਗ ਸਿਸਟਮਸ ਨੇ ਤਾਂ ਇਹਨਾਂ ਨੂੰ ਲਿਖ ਲਓ। ਤਾਂ ਅਗਰ ਤੁਹਾਡੇ ਕੋਲ ਜੋ ਇਲੈਕਟ੍ਰੋਨ ਸਿਸਟਮਸ ਨੇ ਉਹ ਕਿੰਨੇ ਬਣ ਰਹੇ ਨੇ 4n+2 ਤਾਂ ਉਹਨੂੰ ਆਪਾਂ ਲਿਖਾਂਗੇ ਕਲੋਜ਼ੋ। ਅਗਰ ਤੁਹਾਡੇ ਕੋਲ ਬਣ ਰਹੇ ਨੇ 4n+4 ਟਾਈਪ ਤਾਂ ਉਹ ਕੀ ਹੋਏਗਾ ਤੁਹਾਡਾ ਨਾਈਡੋ। 4n+6 ਹੈ ਤਾਂ ਉਹਨੂੰ ਆਪਾਂ ਰਾਜੇ ਬੋਲਦੇ ਹਾਂ ਅਰੈਕਨੋ। ਅਗਰ ਤੁਹਾਡੇ ਕੋਲ ਹੈ 4n+8 ਟਾਈਪ ਇਹਨੂੰ ਰਾਜੇ ਆਪਾਂ ਬੋਲਦੇ ਹਾਂ ਹਾਈਪੋ। ਔਰ ਅਗਰ ਤੁਹਾਡੇ ਕੋਲ ਹੈ 4n+10 ਟਾਈਪ ਤਾਂ ਉਹਨੂੰ ਰਾਜੇ ਆਪਾਂ ਬੋਲਦੇ ਹਾਂ ਕਲੈਟੋ। ਤਾਂ ਹੁਣ ਆਪਾਂ ਕੁਐਸਚਨਸ ਨੂੰ ਸੋਲਵ ਕਰਦੇ ਹਾਂ ਕਿ ਇਹਦੇ ਵਿੱਚ ਕਿਹਦੇ ਦੇਖਣਾ। ਦੇਖੋ ਇਹਦੇ ਵਿੱਚ ਇਲੈਕਟ੍ਰੋਨ ਨੂੰ ਕਾਊਂਟ ਕਰੋ ਤਾਂ 3 ਕਿਹੜੀ ਫੈਮਿਲੀ ਦਾ ਹੈ ਕਾਰਬਨ। ਕਾਰਬਨ ਚ ਵੈਲੈਂਸ ਇਲੈਕਟ੍ਰੋਨ ਕਿੰਨੇ ਹੁੰਦੇ ਨੇ 4 ਤਾਂ ਆਪਣੇ ਕੋਲ 4 ਔਰ ਕਿੰਨੇ ਨੇ 9 4 9
और 4 नेगेटिव है मतलब 4 इलेक्ट्रॉन ये भी कंट्रीब्यूट करेगा तो टोटल इलेक्ट्रॉन कितने हो गए ਤੁਹਾਡੇ ਕੋਲੇ 40 ਇਲੈਕਟ੍ਰੋਨ ਹੁਣ 40 ਇਲੈਕਟ੍ਰੋਨ ਨੂੰ ਇਨ ਟਰਮਸ ਆਫ 4n ਪਲੱਸ ਕਿੰਨਾ ਲਿਖ ਸਕਦੇ ਦੇਖੋ ਆਪਣੇ ਕੋਲ ਇੱਥੇ n ਦੀ ਵੈਲਿਊ ਕਿੰਨੀ ਹੈ 9 ਤਾਂ ਇਹਨੂੰ ਆਪਾਂ ਕਿੱਦਾਂ ਲਿਖ ਸਕਦੇ ਹਾਂ 4n plus 4 ਦੀ ਫਾਰਮ 'ਚ ਹੈ that is in the terms of 4n plus 4 ਕਿਉਂਕਿ n ਦੀ ਵੈਲਿਊ 9 ਹੈ 4 into 9 36 plus 4 ਤਾਂ ਕਿਹੜੀ ਫੈਮਿਲੀ ਹੋ ਗਈ ਹੈ ਤੁਹਾਡੇ ਕੋਲੇ ਨਾਈਟੋ ਕਿਹੜੀ ਫੈਮਿਲੀ ਹੋ ਗਈ ਤੁਹਾਡੇ ਕੋਲੇ ਨਾਈਟੋ ਨੈਕਸਟ ਐਂਟੀਮਨੀ नाइट्रोजन फैमिली चो है तो नाइट्रोजन च बैलेंस इलेक्ट्रॉन कितने होंगे ने 5 तो 5 into 5 plus 3 कितने इलेक्ट्रॉन हो गए टोटल ਤੁਹਾਡੇ ਕੋਲੇ 28 ਤਾਂ ਇਹਨੂੰ ਕਿੱਦਾਂ ਲਿਖ ਸਕਦੇ ਹੋ 4 into n मतलब n ਕਿੰਨਾ ਨੇ 5 ਹੈ ਤੇ 5 n ਦੀ ਵੈਲਿਊ ਕਿੰਨੀ ਹੈ 5 ਤਾਂ 4 into n मतलब 20 ਬਣ ਗਿਆ ਤਾਂ ਕਿੰਨੇ ਐਡ ਕਰਨੇ ਪੈਣਗੇ ਔਰ 8 ਤਾਂ ਜਾ ਕੇ ਚੀਜ਼ ਬਣੂਗੀ ਨਾ 28 ਇਲੈਕਟ੍ਰੋਨ ਪੂਰੇ ਹੋਣਗੇ ਦੈਟ ਮੀਨਸ 4n plus 8 n ਇੱਥੇ ਕੀ ਰਿਪਰੈਜ਼ੈਂਟ ਕਰਦਾ ਤੁਹਾਡਾ ਤੇ ਮੈਟਲ ਸੈਂਟਰਸ ਕਿੰਨੇ ਨੇ ਮੈਟਲ ਆਇਨਸ ਕਿੰਨੇ ਨੇ ਟੋਟਲ ਉਹਨੂੰ ਕਾਊਂਟ ਕਰਨਾ ਹੈ ਤਾਂ 4n plus 8 मतलब ਕੀ ਹੋ ਗਿਆ ਤੁਹਾਡੇ ਕੋਲੇ ਸਟਰਕਚਰ ਹਾਈਪੋ ਹੋ ਗਿਆ ਅਗਰ ਤੁਹਾਡੇ ਕੋਲ ਮੰਨ ਲਓ ਇਹ ਸਿਸਟਮ ਹੈ ਲੈਡ ਅਗੇਨ ਕਿਸ ਫੈਮਿਲੀ ਤੋਂ ਬਿਲੋਂਗ ਕਰਦਾ ਤੁਹਾਡਾ ਦੇਖੋ ਲੈਡ ਕਿਹੜੀ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਦੱਸੋ ਬਈ कार्बन फैमिली तो कार्बन फैमिली हो गया 4 into 5 plus 2 तो कितने इलेक्ट्रॉन बन गए 22 इलेक्ट्रॉन तो इनू करो कितना बन गया देखते 4 into n मतलब 4n मतलब 20 हो गया क्योंकि 5 नहीं n ਦੀ वैल्यू प्लस 2 ਤਾਂ ਹੀ 22 ਇਲੈਕਟ੍ਰੋਨ ਪੂਰੇ ਹੋਣਗੇ ਤਾਂ ਇਹ ਕਿਹਨੂੰ ਰਿਪਰੈਜ਼ੈਂਟ ਕਰ ਰਿਹਾ ਤੁਹਾਡੇ ਕਲੋਜ਼ੋ ਸਟਰਕਚਰ ਨੂੰ ਨੈਕਸਟ ਬਿਸਮਥ ਕਿਹਨੂੰ ਬਿਲੋਂਗ ਕਰਦਾ ਤੁਹਾਡਾ that belongs to your nitrogen family है ना तो कितना बन गया 5 into 5 plus 3 ਤਾਂ ਕਿੰਨੇ ਇਲੈਕਟ੍ਰੋਨ ਬਣ ਗਏ ਟੋਟਲ 28 ਤਾਂ ਇਹਨੂੰ ਆਪਾਂ ਕਿੱਦਾਂ ਲਿਖ ਸਕਦੇ ਹਾਂ that comes out to be 4n plus 8 4n plus 8 ਟਾਈਪ ਲਿਖਾਂਗੇ ਕਿਉਂਕਿ n ਦੀ ਵੈਲਿਊ 5 ਹੈ ਤਾਂ 4 into 5 20 plus 8 ਤਾਂ 4n plus 8 ਕਿਹੜੀ ਕੈਟੇਗਰੀ ਨੂੰ ਬਿਲੋਂਗ ਕਰਦਾ ਹੈ ਹਾਈਪੋ ਤਾਂ ਇਹ ਤੁਹਾਡਾ ਰਾਜੀ ਟੌਪਿਕ ਸੀਗਾ ਮੈਟਲ ਕਲਸਟਰਸ ਐਂਡ ਕੇजेस ਜਿਸ ਦੇ ਬੇਸ ਤੇ ਤੁਹਾਨੂੰ ਐਗਜ਼ਾਮ ਦੇ ਵਿੱਚ ਡਾਇਰੈਕਟਲੀ ਜੋ ਕੁਐਸਚਨਸ ਹੈ ਉਹ ਪੁੱਛੇ ਜਾ ਸਕਦੇ ਹੈ आई होप कि क्वेश्चन क्लियर हो गया टॉपिक समझ आ गया मोर देन सफिशिएंट मैं ਤੁਹਾਨੂੰ ਇੱਥੇ ਰਾਜੇ ਕਵਰ ਕਰਵਾ ਦਿੱਤਾ ਹੈ ਆਪਣਾ ਕਮੈਂਟ ਸੈਸ਼ਨ ਜ਼ਰੂਰ ਦੱਸਿਓ ਵੀਡੀਓ ਕਿਦਾਂ ਦਾ ਲੱਗਿਆ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਦੈਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਜੇ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ हैप्पी लर्निंग